ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ। ਇੱਕ ਵਾਰ ਫਿਰ ਡਾਕਟਰ ਹਰਨਾਮ ਸਿੰਘ ਜੀ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹੀ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਕਿ ਵੀਡੀਓ ਤੁਸੀਂ ਹਮੇਸ਼ਾ ਸੰਭਾਲ ਕੇ ਰੱਖੋਗੇ। ਇੱਕ ਅਜਿਹੀ ਚੀਜ਼ ਦੇ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਮੌਤ ਨੂੰ ਛੱਡ ਕੇ ਸਾਰੀਆਂ ਹੀ ਚੀਜ਼ਾਂ ਨੂੰ ਠੀਕ ਕਰ ਸਕਦੀ ਹੈ, ਸਾਰੇ ਰੋਗਾਂ ਨੂੰ ਠੀਕ ਕਰ ਸਕਦੀ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ, ਅਜਿਹਾ ਮੁਹੰਮਡਨਸ ਦੇ ਵਿੱਚ ਕੁਰਾਨ ਸ਼ਰੀਫ ਦੇ ਵਿੱਚ ਜਿਹੜਾ ਇਹ ਚੀਜ਼ ਦਰਜ ਹੈਗੀ ਹੈ ਤੇ ਇਹਦੇ ਬਾਰੇ ਬਹੁਤ ਸਾਰੇ ਜਿਹੜੇ ਥਾਵਾਂ ਦੇ ਉੱਤੇ ਜ਼ਿਕਰ ਆਇਆ ਹੈਗਾ। ਆਪਾਂ ਗੱਲ ਕਰਾਂਗੇ ਉਸ ਚੀਜ਼ ਦੀ ਜਿਹਦੇ ਨਾਲ ਦੁਨੀਆ ਦੇ ਵਿੱਚ ਲਗਭਗ ਸਾਰੇ ਰੋਗ ਜਿਹੜੇ ਨੇ ਉਹ ਠੀਕ ਕੀਤੇ ਜਾ ਸਕਦੇ ਨੇ। ਡਾਕਟਰ ਹਰਨਾਮ ਸਿੰਘ ਜੀ ਜਾਣਕਾਰੀ ਦੇਣਗੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਕੁਲਵੰਤ ਜੀ, ਤੁਹਾਡਾ ਤੇ ਨਿਊਜ਼ ਏਸ਼ੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਜੀ ਆਇਆਂ ਕਹਿਣਾ ਤੇ ਧੰਨਵਾਦ ਕਰਦਾ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸ਼ੁਕਰੀਆ ਜੀ ਤੁਹਾਡੇ ਵੱਲੋਂ ਸਾਨੂੰ ਇੱਥੇ ਇਨਵਾਈਟ ਕਰਨ ਤੇ ਤੁਹਾਡੇ ਨਾਲ ਬੈਠਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਡਾਕਟਰ ਸਾਹਿਬ, ਕਲੌਂਜੀ ਜੀ, ਬਲੈਕ ਸੀਡ ਜੀ, ਇਹਦੇ ਹੋਰ ਵੀ ਬਹੁਤ ਸਾਰੇ ਨਾਮ ਨੇ ਜੀ। ਥੋੜੀ ਜਾਣਕਾਰੀ ਦਿਓ। ਕੁਲਵੰਤ ਜੀ, ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਵੱਡਾ ਭੁਲੇਖਾ ਹੈ ਤੇ ਇੱਕ ਕਿਤੇ ਨਾ ਕਿਤੇ ਲੋਕਾਂ ਨੂੰ ਭਰਮਾ ਕੇ ਜਿਹੜੇ ਪਿਆਜ਼ ਦੇ ਬੀਜ ਨੇ ਕਲੌਂਜੀ ਕਹਿ ਕੇ ਵੇਚੇ ਜਾ ਰਹੇ ਨੇ। ਜਿਹੜੀ ਕਲੌਂਜੀ ਹੈ, ਅਸਲ ਕਲੌਂਜੀ ਦੇ ਫਾਇਦਿਆਂ ਬਾਰੇ ਅੱਜ ਗੱਲ ਕਰਾਂਗੇ। ਇਹਨੂੰ ਸੁਪਰ ਫੂਡ ਵੀ ਕਹਿ ਸਕਦੇ ਆ, ਇਹਨੂੰ ਸੰਜੀਵਨੀ ਵੀ ਕਹਿ ਸਕਦੇ ਆ, ਇਹਨੂੰ ਦੇਵੀ ਸ਼ਕਤੀ ਪ੍ਰਾਪਤ ਜਿਹੜਾ ਦੁਨੀਆ ਦਾ ਸਭ ਤੋਂ ਅਨੋਖਾ ਬੀਜ ਵੀ ਕਹਿ ਸਕਦੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਮੁਹੰਮਦ ਸਾਹਿਬ ਨੇ ਇਹਦੇ ਬਾਰੇ ਇਹ ਲਿਖਿਆ ਕਿ ਇਹ ਖੁਦਾ ਦੁਆਰਾ ਦਿੱਤਾ ਗਿਆ ਇਨਸਾਨਾਂ ਨੂੰ ਤੋਹਫਾ ਹੈ, ਬਿਸ਼ਤ ਤੋਂ ਆਇਆ, ਸਵਰਗਾਂ ਤੋਂ ਆਇਆ ਹੋਇਆ ਹੈ ਨਾ, ਇਨਸਾਨਾਂ ਲਈ ਇੱਕ ਤੋਹਫਾ। ਇਸੇ ਤਰ੍ਹਾਂ ਜਿਹੜੀਆਂ ਅੱਜ ਦੀਆਂ ਰਿਸਰਚ ਨੇ, ਮਾਡਰਨ ਸਾਇੰਸ ਦੀਆਂ ਰਿਸਰਚ ਹੋ ਰਹੀਆਂ ਨੇ, ਚਾਹੇ ਉਹ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ, ਚਾਹੇ ਇੰਗਲੈਂਡ 'ਚ ਹੋ ਰਹੀ ਹੈ, ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਮੈਡੀਕਲ ਨੂੰ ਲੈ ਕੇ ਜਿਹੜੀਆਂ ਰਿਸਰਚ ਹੋ ਰਹੀਆਂ ਨੇ, ਉਹਦੇ ਵਿੱਚ ਜਦੋਂ ਕਲੌਂਜੀ ਦੇ ਉੱਤੇ ਰਿਸਰਚ ਕੀਤੀ ਗਈ ਤੇ ਉਹਦੇ ਵਿੱਚ ਬੜੇ ਹੀ ਐਂਟੀ ਆਕਸੀਡੈਂਟ, ਐਂਟੀ ਇਨਫਲਾਮੇਟਰੀ, ਐਂਟੀ ਗੈਸਟਰੋ, ਐਂਟੀ ਕੈਂਸਰ, ਐਂਟੀ ਏਜਿੰਗ, ਹਜ਼ਾਰਾਂ ਤਰ੍ਹਾਂ ਦੇ ਜਿਹੜੇ ਇਹਦੇ ਗੁਣ ਇਹਦੇ 'ਚ ਪਾਏ ਗਏ ਨੇ। ਜੇ ਮੈਂ ਕਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਇੱਕ ਇਹੋ ਜਿਹਾ ਭੋਜਨ ਹੈ ਜਿਹਦੇ ਨਾਲ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹੁੰ ਤੱਕ ਹਰ ਬਿਮਾਰੀ ਨੂੰ ਜਿੱਤਿਆ ਜਾ ਸਕਦਾ ਹੈ ਸਿਵਾਏ ਮੌਤ ਦੇ, ਕਿਉਂਕਿ ਉਹ ਅਕਾਲ ਪੁਰਖ ਦੇ ਹੱਥ 'ਚ ਹੈ। ਸੋ 3000 ਸਾਲ ਤੋਂ ਪਹਿਲਾਂ ਤੱਕ ਜਿਹੜੀ ਇਹਦੀ ਵਰਤੋਂ ਹੈ ਸਾਡੇ ਖਾਣੇ ਦੇ ਵਿੱਚ ਕੀਤੀ ਗਈ ਹੈ। ਜਦੋਂ ਵੀ ਘਰਾਂ ਦੇ ਵਿੱਚ ਅਚਾਰ ਪਾਇਆ ਜਾਂਦਾ ਉਹਦੇ ਵਿੱਚ ਕਲੌਂਜੀ ਦੇਖਣ ਨੂੰ ਜ਼ਰੂਰ ਮਿਲਦੀ ਹੈ। ਜਿਹੜੇ ਕਾਲੇ ਰੰਗ ਦੇ ਦਾਣੇ ਹੁੰਦੇ ਆ ਉਹ ਕਲੌਂਜੀ ਹੁੰਦੀ ਹੈ ਜੀ। ਕਲੌਂਜੀ ਦੇ ਬੀਜ ਤੇ ਪਿਆਜ਼ ਦੇ ਜਿਹੜੇ ਬੀਜ ਹੈ ਦੇਖਣ ਨੂੰ ਲਗਭਗ ਇੱਕੋ ਜਿਹੇ ਲੱਗਦੇ ਨੇ ਤੇ ਬੜੇ ਲੋਕ ਭਰਮ ਭੁਲੇਖੇ ਦੇ ਵਿੱਚ ਪਿਆਜ਼ ਦੇ ਬੀਜਾਂ ਨੂੰ ਕਲੌਂਜੀ ਸਮਝ ਕੇ ਖਾ ਲੈਂਦੇ ਨੇ ਜਾਂ ਇਹਦਾ ਤੇਲ ਵਰਤਦੇ ਨੇ। ਤੇ ਮੇਰੇ ਕੋਲ ਅਕਸਰ ਹੀ ਲੋਕਾਂ ਦੇ ਕਾਲਸ ਆਉਂਦੇ ਕਿ ਡਾਕਟਰ ਸਾਹਿਬ ਅਸੀਂ ਕਲੌਂਜੀ ਵਰਤੀ ਪਰ ਜਿਸ ਤਰ੍ਹਾਂ ਤੁਸੀਂ ਫਾਇਦੇ ਗਿਣਾਏ ਸੀ ਉਸ ਤਰ੍ਹਾਂ ਦਾ ਫਾਇਦਾ ਨਹੀਂ ਹੋਇਆ। ਸੋ ਉਹਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਮੈਂ ਦੱਸਣਾ ਚਾਹਾਂਗਾ ਕਿ ਤੁਹਾਨੂੰ ਸਹੀ ਕਲੌਂਜੀ ਦੀ ਪਛਾਣ ਹੋਣੀ ਚਾਹੀਦੀ ਹੈ। ਕਲੌਂਜੀ ਦੇਖ ਕੇ ਉਹਨੂੰ ਲੈਣਾ ਚਾਹੀਦਾ ਕਿਸੇ ਭਰੋਸੇਯੋਗ ਆਪਦੇ ਸੈਲਰ ਤੋਂ, ਤੇ ਉਸ ਤੋਂ ਬਾਅਦ ਹੀ ਉਹਦਾ ਇਸਤੇਮਾਲ ਕਰਨਾ ਚਾਹੀਦਾ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਇਹਦੇ ਫਾਇਦੇ ਹੈ ਤੇ ਜਿਹੜੇ ਇਹਦੇ ਵਰਤਣ ਦੇ ਤਰੀਕੇ ਨੇ। ਜੀ ਡਾਕਟਰ ਸਾਹਿਬ, ਫਾਇਦੇ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਫਾਇਦਾ ਤਾਂ ਆਪਾਂ ਤਾਂ ਕਰਾਂਗੇ ਵੀ ਇਹਦੇ ਵਿੱਚ ਹੈ ਕੀ, ਇਹੋ ਜਿਹਾ ਕਿਹੜਾ ਕੰਟੈਂਟ ਹੈ ਜਿਹੜਾ ਕਿ ਇਸ ਨੂੰ ਫੁੱਲ ਪਾਵਰਫੁਲ ਬਣਾਉਂਦਾ। ਕਲੌਂਜੀ ਇਹਦੇ 'ਚ ਸਿਰਫ 3% ਇੱਕ ਤੱਤ ਪਾਇਆ ਜਾਂਦਾ, ਥਾਈਮੋਕਿਊਨਿਨ, ਜਿਹੜਾ ਇਹ ਇੱਕ ਤੱਤ ਹੈ ਜਿਹੜਾ ਸਿਰਫ 3% ਪਾਇਆ ਜਾਂਦਾ। ਔਰ 3% ਹੋਣ ਦੇ ਬਾਵਜੂਦ ਵੀ ਇਹ ਕਰਦਾ ਕੀ ਹੈ, ਇਹ ਸਾਡੇ ਸਰੀਰ ਦੇ ਵਿੱਚ ਸਾਡੇ ਰੈਸਪੀਰੇਟਰੀ ਟਰੈਕ ਨੂੰ, ਸਾਡੇ ਡਾਈਜੈਸ਼ਨ ਨੂੰ, ਸਾਡੇ ਲੀਵਰ ਨੂੰ, ਸਾਡੇ ਕਿਡਨੀ ਨੂੰ, ਕਲੌਂਜੀ ਇੱਕ ਬਾਹਰ ਦੇ ਦੇਸ਼ਾਂ ਦੀ ਇੱਕ ਰਿਸਰਚ ਸਾਹਮਣੇ ਆਈ ਹੈ, ਉਹਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਕੁਝ ਜਾਨਵਰਾਂ ਨੂੰ, ਚੂਹਿਆਂ ਨੂੰ ਖਾਸ ਤੌਰ ਤੇ, ਕਿਉਂਕਿ ਚੂਹਿਆਂ ਦਾ ਪਾਚਨ ਤੰਤਰ ਸਾਡੇ ਪਾਚਨ ਤੰਤਰ ਨਾਲ ਮਿਲਦਾ ਜੁਲਦਾ ਹੁੰਦਾ, ਸੋ ਉਹਨਾਂ ਨੂੰ ਟੌਕਸਿਨ ਦਿੱਤੇ ਗਏ ਜੀ, ਜ਼ਹਿਰੀਲੇ। ਉਹਨਾਂ ਦਾ ਲੀਵਰ ਡੈਮੇਜ ਕੀਤਾ ਗਿਆ, ਕਿਡਨੀ ਡੈਮੇਜ ਕੀਤੀ ਗਈ। ਉਸ ਤੋਂ ਬਾਅਦ ਜਿਹੜੇ ਦੋ ਗਰੁੱਪ ਸੀ, ਇੱਕ ਤਾਂ ਜਿਹੜੇ ਆਪਦੇ ਹਾਲ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ, ਦੂਜਿਆਂ ਨੂੰ ਜਿਹੜੇ ਕਲੌਂਜੀ ਦੇ ਜਿਹੜੇ ਤੇਲ ਦਿੱਤਾ ਗਿਆ ਉਹਦੇ ਨਾਲ ਉਹਨਾਂ ਦਾ 2 ਕੁ ਮਹੀਨਿਆਂ ਦੇ ਵਿੱਚ ਜਿਹੜਾ ਲੀਵਰ ਤੇ ਕਿਡਨੀ ਬਿਲਕੁਲ ਨਵਾਂ ਨਰਵਾ ਹੋ ਗਿਆ। ਜਿਹੜੀ ਉਹਨਾਂ ਦੀ ਡੈਮੇਜਿੰਗ ਸੀਗੀ ਉਹ ਬਹੁਤ ਜਲਦੀ ਰਿਪੇਅਰ ਹੋਈ, ਤੇ ਜਿਹੜੀ ਇਸ ਤੇ ਉਲਟ ਜਿਨ੍ਹਾਂ ਨੂੰ ਨਹੀਂ ਦਿੱਤਾ ਗਿਆ ਤੇ ਉਹਨਾਂ ਦੀ 2 ਮਹੀਨੇ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਸੋ ਜੇ ਮੈਂ ਕਹਾਂ ਕਿ ਸਾਡੇ ਸਰੀਰ ਨੂੰ ਨਵਾਂ ਜਵਾਨ ਰੱਖਣ ਵਾਸਤੇ ਜੇ ਕੋਈ ਚੀਜ਼ ਜ਼ਰੂਰੀ ਹੈ ਤਾਂ ਸਾਡਾ ਲੀਵਰ ਹੈ ਤੇ ਸਾਡੀ ਕਿਡਨੀ ਹੈ, ਕਿਉਂਕਿ ਸਰੀਰ ਦੇ ਵਿੱਚ ਜੇ ਅਸੀਂ ਗਲਤ ਖਾ ਵੀ ਲਿਆ, ਲੀਵਰ ਨੇ ਉਹਨੂੰ ਬਾਈਪਾਸ ਕਰਤਾ, ਤੇ ਕਿਡਨੀ ਦਾ ਕੰਮ ਹੈ ਉਹਨੂੰ ਸਰੀਰ ਚੋਂ ਬਾਹਰ ਕੱਢਣਾ।
ਜਦੋਂ ਸਾਡੇ ਸਰੀਰ ਦੇ ਵਿੱਚ ਲੀਵਰ ਤੇ ਕਿਡਨੀ ਪ੍ਰੋਪਰ ਕੰਮ ਕਰ ਰਹੇ ਨੇ ਤੇ ਬਹੁਤ ਜ਼ਿਆਦਾ ਉਹ ਸਰੀਰ ਨੂੰ ਤੰਦਰੁਸਤ ਰੱਖਣਗੇ ਤੇ ਜਿਹਦੇ ਨਾਲ ਸਾਡੀ ਜਿਹੜੀ ਉਮਰ ਹੈ ਉਹ ਵੀ ਲੰਬੀ ਹੋਏਗੀ ਤੇ ਅਸੀਂ ਬਿਮਾਰੀਆਂ ਤੋਂ ਵੀ ਬਚੇ ਰਵਾਂਗੇ। ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨੀ ਚਾਹਾਂਗਾ, ਜਿਹੜੇ ਇਜਿਪਟ ਦੇ ਵਿੱਚ ਜਿਹੜੇ ਲੋਕ ਵੱਸਦੇ ਸੀਗੇ ਉਹ ਇਹਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਸੀ। ਉੱਥੋਂ ਦੇ ਜਿਹੜੇ ਲਾਸਟ ਕਿੰਗ ਹੋਏ ਆ, ਉਹਨਾਂ ਦੀ ਜਿਹੜੀ ਮਹਾਰਾਣੀ ਸੀ, ਉਹਦੀ ਜਦੋਂ ਮੰਮੀ ਕੱਢੀ ਗਈ ਤੇ ਉਹਦੇ ਵਿੱਚ ਉਹਦੇ ਜਿਹੜੇ ਵਾਲ ਨੇ ਇੰਨੇ ਕੁ ਜ਼ਿਆਦਾ ਉਹ ਅੱਛੇ ਕੁਆਲਿਟੀ ਦੇ ਵਿੱਚ ਸੀਗੇ, ਜਿਹੜੇ ਕਿ ਜਿਉਂਦੇ ਬੰਦਿਆਂ ਦੇ ਹੁੰਦੇ ਆ। ਤੇ ਜਦੋਂ ਉਹਦੀਆਂ ਲਿਖਤਾਂ ਪੜ੍ਹੀਆਂ ਗਈਆਂ ਮਕਬਰੇ ਉੱਤੇ ਤੇ ਉਹਦੇ ਵਿੱਚ ਇਹ ਲਿਖਤ ਪਾਈ ਗਈ ਕਿ ਉਹ ਜਿਹੜੇ ਉਹ ਸਾਬਣ ਵਰਤਦੀ ਸੀ ਜਾਂ ਪੈਕ ਵਰਤਦੀ ਸੀ ਉਹਦੀ ਚਮੜੀ ਨੂੰ ਧੋਣ ਵਾਸਤੇ, ਸਾਫ਼ ਕਰਨ ਵਾਸਤੇ, ਇਸ ਤੋਂ ਬਣੇ ਹੋਏ ਜਿਹੜੇ ਆ ਤੇਲ, ਸਾਬਣ ਜਾਂ ਪੈਕ ਲਾ ਲਓ ਜਾਂ ਜਿਹੜੇ ਖਾਣੇ ਨੇ ਉਹਦੇ ਵਿੱਚ ਉਹ ਇਸਤੇਮਾਲ ਕਰਦੇ ਸੀ, ਜਿਹਦੇ ਕਰਕੇ ਉਹਦੇ ਜਿਹੜੀ ਸਕਿਨ ਤੇ ਜਿਹੜਾ ਉਹਦਾ ਵਾਲਾਂ ਦਾ ਜਿਹੜਾ ਬਹੁਤ ਹੈਲਦੀ ਸੀਗੇ। ਸੋ ਕਿਤੇ ਨਾ ਕਿਤੇ ਜੇ ਉਹਦੇ ਸੁਪਨ ਦੇ ਵਿੱਚ ਮੈਂ ਕਹਾਂ ਚਾਰ ਚੰਨ ਲਾਉਂਦੀ ਸੀ ਤੇ ਕਲੌਂਜੀ ਸੀ। ਜੀ ਕਲੌਂਜੀ। ਜੀ, ਤੇ ਥਾਈਮੋਕਨੋਨ ਜਿਹੜੀ ਹੈਗੀ ਹੈ, ਇਹਦੇ ਬਾਰੇ ਅੰਗਰੇਜ਼ੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਥਾਈਮੋਕਨੋਨ ਹੈਜ਼ ਬੀਨ ਸ਼ੋਨ ਦਾ ਐਕਸਟ੍ਰੈਕਟ ਅਗੇਨ ਐਂਟੀ ਇਨਫਲੇਮੇਟਰੀ, ਐਂਟੀ ਡਾਇਬੀਟੀਜ਼, ਐਂਟੀ ਹਾਈਪਰਟੈਂਸਿਵ, ਐਂਟੀ ਜੀ ਮਾਈਕਰੋਬੀਅਲ, ਐਂਟੀ ਐਨਰਜੈਸਿਕ, ਇਨਫਲਾਮੇਟਰੀ। हाँ, एंटी इंफ्लेमेटरी, ਹੂੰ। एंटी नो मॉड्यूलेटरी, ਜੀ हाँ जी, एंटी स्पाज्मिक, ਸਮਝ ਸਮਝ। ਇਹਦੇ ਚ ਹਾਈਪਰਟੈਂਸਿਵ, ਰੀਨਲ ਪ੍ਰੋਟੈਕਟਿਵ, ਐਂਟੀ ਗੈਸਟ੍ਰੋ ਪ੍ਰੋਟੈਕਟਿਵ, ਜੀ ਬ੍ਰੋਂਕੈਂਟਰੋ ਡਾਇਲੇਟਰੀ, ਐਂਟੀ ਆਕਸੀਡੈਂਟ, ਐਂਟੀ ਨਿਓਪਲਾਸਟਿਕ, ਇਹ ਕਿੰਨੇ ਹੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜੀ ਜੀ ਜਿਹੜੀਆਂ ਜੀ ਵਿੱਚ ਜੀ ਕੀਤੀਆਂ ਨੇ। ਆਪਾਂ ਇੱਕ ਇੱਕ ਕਰਕੇ ਚੱਕਦੇ ਹਾਂ। ਜੀ। ਐਂਟੀ ਇਨਫਲੇਮੇਟਰੀ ਕੀ ਕਰੇਗੀ? ਇਨਫਲਾਮੇਸ਼ਨ ਦਾ ਮਤਲਬ ਹੈ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਕੋਈ ਜਿਹੜਾ ਬਾਹਰ ਦਾ ਬੈਕਟੀਰੀਆ ਨੇ ਆ ਕੇ ਬਿਮਾਰੀ ਪੈਦਾ ਕਰਤੀ ਹੈ। ਚਾਹੇ ਤੁਹਾਡੇ ਪੇਟ ਦੇ ਵਿੱਚ ਇਨਫੈਕਸ਼ਨ ਹੋਣਾ, ਚਾਹੇ ਤੁਹਾਡੀ ਕਿਡਨੀ 'ਚ ਇਨਫੈਕਸ਼ਨ ਹੋਣਾ, ਚਾਹੇ ਕਿਸੇ ਜ਼ਖਮ ਦੇ ਵਿੱਚ ਜ਼ਖਮ ਦਾ ਨਾ ਹੀਲ ਹੋਣਾ। ਸੋ ਜਿਹੜੀ ਇਨਫਲਾਮੇਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਬਾਹਰ ਦੀ ਬੈਕਟੀਰੀਆ ਜੋ ਸਕਿਨ ਦੇ ਵਿੱਚ ਜਾਂ ਸਰੀਰ ਦੇ ਵਿੱਚ ਆ ਜਾਂਦਾ ਹੈ ਤੇ ਉਹਦੇ ਨਾਲ ਜਿਹੜੇ ਸਾਡੇ ਸਰੀਰ ਦੇ ਵਿੱਚ ਨੁਕਸਾਨ ਹੁੰਦੇ ਨੇ, ਉਹਨੂੰ ਇਨਫਲਾਮੇਟਰੀ ਡਿਜ਼ੀਜ਼ ਦਾ ਨਾਮ ਦਿੱਤਾ ਜਾਂਦਾ ਹੈ। ਸੋ ਉਹਦੇ ਵਿੱਚ ਜਿਹੜੇ ਕਲੌਂਜੀ ਦੇ ਬੀਜ ਨੇ ਇਹ ਕੀ ਕਰਦੇ ਨੇ, ਇਹਨਾਂ ਦੀ ਜਿਹੜੀ ਪ੍ਰਕਿਰਤੀ ਹੈ ਉਹ ਹੈਗੀ ਜੀ ਖੁਸ਼ਕ। ਹੂੰ। ਖੁਸ਼ਕ ਹੋਣ ਕਰਕੇ ਤੇ ਗਰਮ ਹੋਣ ਕਰਕੇ, ਜਦੋਂ ਕੋਈ ਚੀਜ਼ ਗਰਮ ਹੋਏਗੀ ਉਹ ਵਾਤ ਤੇ ਪਿੱਤ ਤੇ ਦੋਵਾਂ ਤੇ ਬਹੁਤ ਵਧੀਆ ਕੰਮ ਕਰਦੀ ਹੈ। ਵਾਤ ਤੇ ਕਫ ਤੇ, ਇਹ ਦੋਵੇਂ ਚੀਜ਼ਾਂ ਠੰਡੀਆਂ ਨੇ ਤੇ ਇਹਨਾਂ ਨੂੰ ਜੇ ਠੀਕ ਕਰਨਾ ਤੇ ਸਰੀਰ ਦੇ ਵਿੱਚ ਗਰਮ ਚੀਜ਼ ਪਾਣੀ ਪਏਗੀ। ਸੋ ਇਨਫਲਾਮੇਸ਼ਨ ਦੇ ਵਿੱਚ ਜਿਹੜਾ ਵਾਤ ਤੇ ਕਫ ਦਾ ਦੋਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜਿਹੜੀ ਕਲੌਂਜੀ ਹੈ ਪਿੱਤ ਨੂੰ ਵਧਾਉਂਦੀ ਹੈ। ਤੁਸੀਂ ਦੇਖਿਆ ਹੋਣਾ ਕਿ ਅਚਾਰ ਦੇ ਵਿੱਚ ਜਿਹੜੀ ਕਲੌਂਜੀ ਪਾਈ ਜਾਂਦੀ ਹੈ ਉਹ ਇਸ ਲਈ ਪਾਈ ਜਾਂਦੀ ਤਾਂ ਕਿ ਸਾਡੀ ਜਿਹੜੀ ਭੁੱਖ ਵੱਧ ਸਕੇ, ਸਾਡੇ ਸਰੀਰ ਦੇ ਵਿੱਚ ਜਿਹੜੀ ਹੈ ਪਿੱਤ ਨੂੰ ਵਧਾਇਆ ਜਾ ਸਕੇ। ਜੀ ਕਲੌਂਜੀ। ਜੀ, ਐਂਟੀ ਇਨਫਲੇਮੇਟਰੀ ਮਤਲਬ ਸੋਜ ਦੇ ਵਿਰੋਧੀ। ਜੀ ਬਾਡੀ ਦੇ ਅੰਦਰ ਜੇ ਸੋਜ ਆਈ ਹੈ, ਕਿਤੇ ਵੀ ਸੋਜ ਆਈ ਹੈ ਤਾਂ ਜੀ ਉਸ ਨੂੰ ਖਤਮ ਕਰੇਗੀ। ਖਤਮ ਕਰੇਗੀ। ਐਂਟੀ ਡਾਇਬੀਟਿਕਸ। ਜਿਹੜੇ ਸ਼ੂਗਰ ਦੇ ਰੋਗੀ ਨੇ, ਜਦੋਂ ਸ਼ੂਗਰ ਦੀ ਗੱਲ ਆ ਜਾਂਦੀ ਤਾਂ ਉਹਦੇ ਡਾਈਜੈਸ਼ਨ ਵੱਲ ਸਿੱਧਾ ਧਿਆਨ ਜਾਂਦਾ ਹੈ। ਜਿਹੜੇ ਲੋਕਾਂ ਦਾ ਡਾਈਜੈਸ਼ਨ ਖਰਾਬ ਹੈ ਉਹਨਾਂ ਦਾ ਪੈਨਕ੍ਰੀਅਸ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਉਹਨਾਂ ਦੀ ਇੰਟੈਸਟਾਈਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਸਰੀਰ 'ਚ ਇਨਸੂਲਿਨ ਪ੍ਰੋਪਰ ਨਹੀਂ ਬਣਦੀਗੀ। ਦੂਸਰਾ, ਜਿਵੇਂ ਮੈਂ ਦੱਸਿਆ ਕਿ ਐਂਟੀ ਰੈਨਲ ਪ੍ਰੋਪਰਟੀਜ਼ ਨੇ ਇਹਦੇ 'ਚ, ਕਿਡਨੀ ਦੇ। ਕਿਡਨੀ ਨੂੰ ਇਹ ਇਨਫਲੇਮੇਸ਼ਨ ਤੋਂ ਰੋਕਦੀ ਹੈ। ਕਿਡਨੀ 'ਚ ਪਾਣੀ ਭਰਨਾ ਜਾਂ ਕਿਡਨੀ ਦਾ ਪ੍ਰੋਪਰ ਕੰਮ ਨਾ ਕਰਨਾ, ਜਾਂ ਕਿਡਨੀ ਦੇ ਵਿੱਚ ਜੇ ਮੈਂ ਕਹਾਂ ਕਿ ਪੱਥਰੀ ਆ ਜਾਂਦੀ ਹੈ। ਪੱਥਰੀ ਵਾਸਤੇ ਵੀ ਵਰਤਿਆ ਜਾਂਦਾ ਜਿਹੜਾ ਕਲੌਂਜੀ ਦਾ ਤੇਲ, ਜਾਂ ਜਿਹੜੇ ਖੂਨ ਦੇ ਵਿੱਚ ਫਾਲਤੂ ਜਿਹੜੀ ਚੀਨੀ ਚਲੀ ਗਈ, ਗਲੂਕੋਜ਼ ਚਲੀ ਗਈ ਆ, ਉਹਨੂੰ ਫਿਲਟਰ ਕਰਨ ਦੇ ਵਿੱਚ ਕਿਡਨੀ ਦੀ ਸਹਾਇਤਾ ਕਰਦੀ ਹੈ ਕਲੌਂਜੀ ਜਾਂ ਕਲੌਂਜੀ ਦੇ ਬੀਜ। ਜਦੋਂ ਸ਼ੂਗਰ ਵਾਲੇ ਪੇਸ਼ੈਂਟ ਕਲੌਂਜੀ ਲੈਂਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਇੰਡੈਕਸ ਹੈ, ਜਿਹੜਾ ਥੈਲਾਸੈਮਿਕ ਜਿਹੜਾ ਇੰਡੈਕਸ ਹੈਗਾ ਉਹ ਗਲਾਈਸੈਮਿਕ ਇੰਡੈਕਸ। ਗਲਾਈਸੈਮਿਕ ਇੰਡੈਕਸ ਹੁੰਦਾ, ਸੌਰੀ ਮੈਂ ਕਹਿਣਾ ਭੁੱਲ ਗਿਆ। ਉਹਦੇ ਵਿੱਚ ਇਹਦਾ ਬੜਾ ਵਧੀਆ ਸੁਧਾਰ ਕਰਦੀ ਹੈ। ਸਰੀਰ ਦੇ ਵਿੱਚ ਜਿਹੜੀ ਗਲੂਕੋਜ਼ ਦੀ ਮਾਤਰਾ ਹੈ ਉਹਨੂੰ ਕੰਟਰੋਲ ਕਰਦੀ ਹੈ। ਕਾਰਬੋਹਾਈਡਰੇਟ ਨਾਲ ਹੋਣ ਵਾਲੇ ਸਾਡੇ ਸਰੀਰ ਦੇ ਵਿੱਚ ਜਿਹੜੇ ਨੁਕਸਾਨ ਨੇ ਉਹਦੀ ਭਰਪਾਈ ਵਿੱਚ ਜਿਹੜਾ ਇਹਦਾ ਬਹੁਤ ਵਧੀਆ ਰੋਲ ਹੈ। ਜੀ ਕਲੌਂਜੀ। ਅੱਗੇ ਆ ਜਾਂਦਾ ਹੈ ਕਿ ਇਹ ਕਲੌਂਜੀ ਜਿਹੜੀ ਹੈ ਇਹ ਐਂਟੀ ਹਾਈਪਰਟੈਂਸਿਵ ਵੀ ਹੈਗੀ ਹੈ। ਹਾਈਪਰਟੈਂਸਿਵ ਦਾ ਮਤਲਬ ਇਹ ਹੈ ਕਿ ਇਹ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਹੈਗੇ ਇਹਦੇ 'ਚ। ਜਦੋਂ ਇਹਨੂੰ ਵਰਤਦੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਿਹਦੇ ਕਰਕੇ ਟੈਨਸ਼ਨ ਕਰਕੇ ਜਦੋਂ ਸਾਡੇ ਸਰੀਰ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸੋਚਦੇ ਹਾਂ, ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਹਾਂ, ਜਾਂ ਬਹੁਤ ਜ਼ਿਆਦਾ ਸਾਡਾ ਖਾਣਾ ਮਾੜਾ ਹੋ ਜਾਂਦਾ, ਉਹਦੇ ਨਾਲ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਦੇ ਵਿੱਚ ਜਿਹੜੀ ਹੈ ਉਹ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ, ਜਿਹਦੇ ਕਰਕੇ ਸਾਡਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹੈ। ਸੋ ਜਦੋਂ ਕਲੌਂਜੀ ਲੈਣੀ ਸ਼ੁਰੂ ਕਰਦੇ ਤੇ ਉਹ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਆਰਟਰੀਜ਼ ਹੁੰਦੀਆਂ, ਵੇਨਸ ਹੁੰਦੀਆਂ, ਉਹਦੇ ਵਿੱਚ ਜਿਹੜਾ ਕਾਰਬੋਹਾਈਡਰੇਟ ਜਾਂ ਕੋਲੇਸਟ੍ਰੋਲ ਜੰਮਿਆ ਹੁੰਦਾ ਉਹਨੂੰ ਇਹ ਸਾਫ਼ ਕਰਨ ਦੇ ਵਿੱਚ ਸਾਬਣ ਦੀ ਤਰ੍ਹਾਂ ਜਿਹੜੀਆਂ ਸਾਡੀਆਂ ਅੰਦਰਲੀਆਂ ਨਾੜਾਂ ਨੇ ਉਹਨੂੰ ਸਾਫ਼ ਕਰਦੀ ਹੈ, ਜਿਹਦੇ ਨਾਲ ਸਾਡੇ ਜਿਹੜੇ ਹਾਈਪਰਟੈਂਸ਼ਨ ਦੀ ਜਿਹੜੀ ਸਮੱਸਿਆ ਉਹ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ। ਅੱਗੇ ਆ ਜਾਏ ਜੀ ਕਿ ਕਲੌਂਜੀ ਐਂਟੀ ਮਾਈਕਰੋਬੀਅਲ ਵੀ ਹੈ।
ਮਾਈਕਰੋ ਜਿਹੜੀ ਮਾਈਕਰੋ ਵਰਡ ਆ ਜਾਂਦਾ ਉਹਦੇ ਵਿੱਚ ਇਹ ਆਉਂਦਾ ਕਿ ਇਹ ਸੂਖਮ ਜੀਵ, ਜਿਹੜੇ ਜੀਵ ਨੇ ਸਾਡੇ ਸਰੀਰ ਦੇ, ਗਟ ਉਹ ਬੈਕਟੀਰੀਆ। ਗਟ ਬੈਕਟੀਰੀਆ, ਉਹਦੇ ਲਈ ਇਹ ਬਹੁਤ ਵਧੀਆ ਫਾਇਦੇਮੰਦ ਹੈ। ਸਾਡੀ ਜਿਹੜੀ ਇੰਟੈਸਟਾਈਨ ਦੇ ਵਿੱਚ ਗੁੱਡ ਬੈਕਟੀਰੀਆ ਸਾਡੀ ਗਟ ਹੈਲਥ ਨੂੰ ਜਿਹੜੇ ਵਧੀਆ ਰੱਖਦੇ ਨੇ, ਉਹਨਾਂ ਦੇ ਵਿੱਚ ਇਹ ਉਹਨਾਂ ਦੀ ਇਨਫਲਾਮੇਸ਼ਨ ਦੇ ਵਿੱਚ, ਉਹਨਾਂ ਦੀ ਜਿਹੜੀ ਹੈ ਸਰੀਰ ਦੇ ਵਿੱਚ ਤਾਕਤ ਦੇਣ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਕੰਮ ਕਰਦੀ ਹੈ ਜੀ। ਕਲੋਂਜੀ ਅੱਗੇ ਆ ਜਾਂਦਾ ਜੀ, ਐਂਟੀ ਐਨਰਜੈਸਿਕ ਹੈ, ਦਰਦ ਦੇ ਵਿਰੋਧੀ ਹੈਗੀ ਹੈ ਜੀ। ਕਲੌਂਜੀ ਦਾ ਤੇਲ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਜੋੜਾਂ ਦੇ ਦਰਦ ਲਈ ਅਕਸਰ ਹੀ ਵਰਤਿਆ ਜਾਂਦਾ ਸੀਗਾ। ਸਾਡੇ ਸੈਂਟਰ 'ਚ ਵੀ ਅਸੀਂ ਇੱਕ ਤੇਲ ਬਣਾਉਂਦੇ ਆ SP ਆਇਲ ਦੇ ਨਾਂ ਤੇ, ਜਿਹੜਾ ਸਪੈਸ਼ਲੀ ਸਰਵਾਈਕਲ ਸਪੌਂਡਲਾਈਟਿਸ ਜਾਂ ਸਲਿਪ ਡਿਸਕ ਜਾਂ ਛਟਕਾ ਪੇਨ ਜਾਂ ਜੁਆਇੰਟ ਪੇਨ ਲਈ ਅਸੀਂ ਵਰਤਦੇ ਆ। ਉਹਦੇ ਵਿੱਚ ਕਲੌਂਜੀ ਦਾ ਵੀ ਇੱਕ ਬਹੁਤ ਵੱਡਾ ਪਾਰਟ ਪਾਇਆ ਜਾਂਦਾ ਤੇ ਇਸ ਕਰਕੇ ਜਿਹੜੀ ਐਂਟੀ ਐਨਰਜੈਸਿਕ ਦਾ ਜਿਹੜਾ ਤੁਸੀਂ ਪ੍ਰੋਪਰਟੀ ਦੱਸੀ ਹੈ, ਜਦੋਂ ਦਰਦ ਨਿਵਾਰਕ ਦੀ ਗੱਲ ਕਰਦੇ ਆ ਤੇ ਐਕਸਟਰਨਲ ਰੂਪ ਦੇ ਵਿੱਚ ਵੀ ਤੇ ਇੰਟਰਨਲ ਰੂਪ ਦੇ ਵਿੱਚ, ਅਕਸਰ ਹੀ ਲੋਕਾਂ ਦੇ ਪੈਰਾਂ ਦੇ ਵਿੱਚ ਸੋਜ ਆ ਜਾਂਦੀ ਹੈ, ਜੋੜਾਂ ਦੇ ਵਿੱਚ ਸੋਜ ਆ ਜਾਂਦੀ ਹੈ, ਕੜਕੜ ਦੀ ਆਵਾਜ਼ ਆਉਂਦੀ ਹੈ। ਉੱਥੇ ਜਿਹੜਾ ਇਹਦਾ ਲੇਪ ਹੈ ਕਲੌਂਜੀ ਦੇ ਦਾਣਿਆਂ ਦਾ, ਪਾਣੀ ਦੇ ਵਿੱਚ ਮਿਲਾ ਕੇ ਇਹਦਾ ਲੇਪ ਬਣਾ ਕੇ ਲਗਾਉਣ ਦੇ ਨਾਲ ਜਿਹੜਾ ਦਰਦ ਹੈ ਉਹ ਵੀ ਦੂਰ ਹੋ ਜਾਂਦਾ ਤੇ ਜਿਹੜੀ ਸੋਜ ਹੈ ਉਹਨੂੰ ਇਹ ਚੱਕ ਦਿੰਦੀ ਹੈ ਜੀ। ਕਲੌਂਜੀ ਦੇ ਬਾਰੇ ਕਿਹਾ ਜਾਂਦਾ ਕਿ ਇਮਿਊਨੋ ਮੋਡੂਲੇਟਰੀ ਵੀ ਹੈਗੀ ਹੈ ਜੀ, ਕਿਉਂਕਿ ਇਹਦੇ ਵਿੱਚ ਜਿਹੜੇ ਇਹਦੇ ਰੁਕਸ਼ ਕਾਰਕ ਨੇ ਉਹ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਬਾਹਰਲੇ ਬੈਕਟੀਰੀਆ ਨੇ ਉਹਨੂੰ ਮਾਰਦੇ ਨੇ ਤੇ ਸਾਡੇ ਜਿਹੜੇ ਇਮਿਊਨ ਸਿਸਟਮ ਹੈ ਉਹਨੂੰ ਐਨਹੈਂਸ ਕਰਦੇ ਨੇ, ਸਾਡਾ ਇਮਿਊਨ ਸਿਸਟਮ ਵਧਾਉਂਦੇ ਨੇ। ਸੋ ਇਸ ਕਰਕੇ ਇਹਦੇ ਵਿੱਚ ਇਮਿਊਨਿਟੀ ਬੂਸਟਰ ਵੀ ਜੇ ਇਹਨੂੰ ਕਹੀਏ ਤੇ ਅਤਕਥਨੀ ਨਹੀਂ ਹੋਏਗੀ। ਅੱਗੇ ਆ ਜਾਂਦਾ ਜੀ ਕਿ ਸਪਾਜ਼ਮੋਲੈਟਿਕ ਹੈਗੀ ਹੈ, ਪੇਟ ਨਾਲ ਸੰਬੰਧਿਤ ਜਿਹੜੀਆਂ ਪ੍ਰੋਬਲਮ ਹੈਗੀਆਂ, ਜਿਵੇਂ ਵੀ ਪੇਟ ਦੀ ਸਾਨੂੰ ਚਾਹੇ ਇਹਦੇ 'ਚ ਇੱਕ ਸੰਗ੍ਰਹਿਣੀ ਗੁਣ ਹੈ ਜੀ। ਜਦੋਂ ਤੁਸੀਂ ਗੱਲ ਕਰਦੇ ਹੋ ਜਿਹੜੇ ਲੋਕਾਂ ਨੂੰ ਵਾਰ-ਵਾਰ ਪੇਟ ਸਾਫ਼ ਕਰਨ ਦੀ ਦਿੱਕਤ ਹੈਗੀ ਹੈ, ਜਿਨ੍ਹਾਂ ਨੂੰ ਵਾਰ-ਵਾਰ ਦਸਤ ਆਉਂਦੇ ਨੇ, ਦਸਤ ਪਤਲੇ ਹੁੰਦੇ ਨੇ, ਉਹਦੇ ਵਿੱਚ ਜਿਹੜਾ ਕਲੌਂਜੀ ਹੈ ਇਹਨੂੰ ਭਿਉਂ ਕੇ ਜੇ ਰਾਤ ਨੂੰ ਰੱਖ ਕੇ ਸਵੇਰੇ ਖਾਲੀ ਪੇਟ ਚਬਾ ਕੇ ਖਾਧਾ ਜਾਵੇ ਤੇ ਉਹ ਪਾਣੀ ਪੀਤਾ ਜਾਵੇ, ਤੇ ਜਿਹੜੇ ਸੰਗ੍ਰਹਿਣੀ ਲੋਕ ਹੈ ਜਿਨ੍ਹਾਂ ਨੂੰ IBS ਦੀ ਸਮੱਸਿਆ ਹੈ ਉਹਦੇ ਵਿੱਚ ਵੀ ਇਹ ਐਂਟੀ ਡਾਇਰਲ ਜਿਹੜੀ ਇਹਦੀ ਪ੍ਰੋਪਰਟੀ ਹੈ ਉਹਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇੱਕ ਕਿਹਾ ਜਾਂਦਾ ਕਿ ਇਹ ਹਿਪਾਟੋ ਪ੍ਰੋਟੈਕਟਿਵ ਵੀ ਹੈਗੀ ਹੈ ਜੀ। ਸਾਡੇ ਲੀਵਰ ਦੇ ਵਿੱਚ ਜਦੋਂ ਅਸੀਂ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਲੈਂਦੇ ਆ, ਅਲਕੋਹਲ ਲੈਂਦੇ ਆ, ਤਲਿਆ ਭੋਜਨ ਖਾਂਦੇ ਆ, ਤੇ ਲੀਵਰ ਦੇ ਸਾਈਜ਼ ਵਧਣੇ ਸ਼ੁਰੂ ਹੋ ਜਾਂਦੇ, ਲੀਵਰ ਫੈਟੀ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਵਿੱਚ ਵੀ ਜਿਹੜੀ ਇਹ ਕਲੌਂਜੀ ਹੈ ਭਿਉਂ ਕੇ ਖਾਣ ਦੇ ਨਾਲ ਬਹੁਤ ਵਧੀਆ ਕੰਮ ਕਰਦੀ ਹੈ। ਕਲੌਂਜੀ ਦਾ ਤੇਲ ਵੀ ਜੇ ਨਿਯਮਿਤ ਮਾਤਰਾ ਦੇ ਵਿੱਚ ਤੁਸੀਂ ਇਸਤੇਮਾਲ ਕਰੋ, ਪੀਤਾ ਜਾਵੇ, ਤੇ ਉਹਦੇ ਨਾਲ ਜਿਹੜਾ ਹੈਪੇਟਾਈਟਸ A, B, C ਤਿੰਨਾਂ ਦੇ ਵਿੱਚ ਬਹੁਤ ਵਧੀਆ ਇਹਦਾ ਕਮਾਲ ਦੇਖਣ ਨੂੰ ਮਿਲਦਾ ਹੈ ਜੀ। ਕਲੌਂਜੀ ਇੱਕ ਰੇਨੀਅਲ ਪ੍ਰੋਟੈਕਟਿਵ ਹੈਗੀ ਹੈ, ਕਿਡਨੀ ਨੂੰ ਬਹੁਤ ਜ਼ਿਆਦਾ ਸੇਫ ਕਰਦੀ ਹੈ। ਜੀ ਬਿਲਕੁਲ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਲੋਕ ਡਾਇਬਟਿਕ ਹੋ ਜਾਂਦੇ ਨੇ ਉਹਦਾ ਕਾਰਨ ਹੈ ਉਹਨਾਂ ਦੀ ਜਿਹੜੀ ਕਿਡਨੀ ਹੈ ਪ੍ਰੋਪਰ ਕੰਮ ਨਹੀਂ ਕਰ ਰਹੀ ਹੁੰਦੀ, ਤੇ ਜਦੋਂ ਸ਼ੂਗਰ ਹੋ ਜਾਂਦੀ ਹੈ ਉਹਦੇ ਨਾਲ ਉਹਦੇ ਤਾਂ ਜਿਹੜਾ ਲੋਡ ਹੈ ਉਹ ਉਲਟਾ ਵਧਾ ਦਿੰਦੀਆਂ ਨੇ। ਕਈ ਦਵਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੇ ਕਿਡਨੀ ਤੋਂ ਧੱਕੇ ਨਾਲ ਕੰਮ ਕਰਾਉਂਦੀਆਂ ਨੇ। ਜੇ 3 ਘੰਟੇ ਕੰਮ ਕਰਨਾ ਤਾਂ 12 ਘੰਟੇ ਜਾਂ 24 ਘੰਟੇ ਉਹਨੂੰ ਇਸ ਕੰਮ ਤੇ ਲਾ ਦਿੰਦੀਆਂ, ਜਿਹਦੇ ਨਾਲ ਟਾਈਮ ਪਾ ਕੇ ਪੇਸ਼ੈਂਟ ਦੀ ਜਿਹੜੀ ਕਿਡਨੀ ਡੈਮੇਜ ਹੋ ਜਾਂਦੀ ਤੇ ਉਹਨੂੰ ਡਾਇਲਿਸਿਸ ਵੱਲ ਜਾਣਾ ਪੈਂਦਾ ਤੇ ਆਖਰਕਾਰ ਉਸ ਪੇਸ਼ੈਂਟ ਨੂੰ ਇਸ ਦੁਨੀਆ ਤੋਂ ਹੱਥ ਧੋਣਾ ਪੈਂਦਾ। ਸੋ ਜੇ ਮੈਂ ਗੱਲ ਇਹ ਕਹਾਂ ਕਿ ਜਾਂ ਤਾਂ ਜਿਹੜਾ ਕਲੌਂਜੀ ਖਾ ਰਿਹਾ ਉਹਨੂੰ ਸ਼ੂਗਰ ਨਹੀਂ ਹੋਏਗੀ, ਜੇ ਸ਼ੂਗਰ ਹੋ ਗਈ ਹੈ ਤੇ ਉਹਦੀ ਸ਼ੂਗਰ ਨਾਲ ਹੋਣ ਵਾਲੇ ਨੁਕਸਾਨ ਜਿਵੇਂ ਕਿਡਨੀ ਦਾ ਨੁਕਸਾਨ ਹੋਣਾ ਜਾਂ ਅੱਖਾਂ ਦਾ ਜਿਹੜੀਆਂ ਸਾਈਡ ਘਟਣਾ, ਉਹਦੇ ਵਿੱਚ ਬਹੁਤ ਵਧੀਆ ਫਾਇਦੇ ਕਰਦੀ ਹੈ ਜੀ ਕਲੌਂਜੀ। ਗੈਸਟ੍ਰੋ ਪ੍ਰੋਟੈਕਟਿਵ ਹੈਗੀ ਹੈ। ਗੈਸਟ੍ਰੋ ਦਾ ਮਤਲਬ ਇਹ ਹੈ ਸਾਡੇ ਜਿਹੜਾ ਸਰੀਰ ਦੇ ਵਿੱਚ HCl ਬਣਦਾ, ਜਦੋਂ ਅਸੀਂ ਕੁਝ ਵੀ ਖਾਂਦੇ ਆ ਉਹਦੇ ਵਿੱਚ ਸਾਡਾ ਜਿਹੜਾ HCl ਦਾ ਸਭ ਤੋਂ ਪਹਿਲਾਂ ਤੇਜ਼ਾਬ ਬਣਦਾ, ਉਹਦਾ ਸਾਹਮਣਾ ਹੁੰਦਾ। ਜੋ ਚੀਜ਼ਾਂ ਅਸੀਂ ਦੰਦ ਨਾਲ ਨਹੀਂ ਤੋੜ ਸਕਦੇਗੇ ਉਹ HCl ਸਟਮਕ ਦੇ ਵਿੱਚ ਜਾ ਕੇ ਉਹਨਾਂ ਚੀਜ਼ਾਂ ਨੂੰ ਗਾਲਦਾ ਤਾਂ ਕਿ ਉਹਨਾਂ ਦੀ ਜਿਹੜੀ ਨਿਊਟ੍ਰੀਸ਼ਨ ਹੈ ਪ੍ਰੋਪਰ ਬਲੱਡ ਦੇ ਵਿੱਚ ਇਨਸੂਲਿਨ ਰਾਹੀਂ ਪਹੁੰਚ ਸਕੇ। ਸੋ ਇਹ HCl ਨੂੰ ਇਨਹੈਂਸ ਕਰਦਾ। ਜਿਹੜੇ ਲੋਕਾਂ ਦੇ ਵਿੱਚ ਪਿੱਤੇ ਦੇ ਵਿੱਚ ਪੱਥਰੀ ਦੀ ਬਣਨ ਦੀ ਸਮੱਸਿਆ ਹੈਗੀ ਹੈ, ਜੇ ਕਲੌਂਜੀ ਦਾ ਤੇਲ ਉਹ 1-2 ਡ੍ਰੌਪ ਡੇਲੀ ਪੀਣਾ ਸ਼ੁਰੂ ਕਰ ਦੇਣਗੇ ਖਾਲੀ ਪੇਟ, ਤੇ ਉਹਨਾਂ ਦੀ ਇਹ ਜਿਹੜੀ ਪਿੱਤੇ ਦੀ ਪੱਥਰੀ ਹੈ ਉਹ ਵੀ ਕੁਝ ਸਮਾਂ ਲੱਗ ਜਾਂਦਾ। ਕਿ ਬੜੇ ਲੋਕ ਸਾਡੇ ਫੋਨ ਕਰਕੇ ਪੁੱਛਦੇ ਆ ਕਿ ਡਾਕਟਰ ਸਾਹਿਬ ਕਿੰਨਾ ਟਾਈਮ ਲੱਗੇਗਾ। ਸਮਾਂ ਹਰ ਬੰਦੇ ਦੀ ਇਮਿਊਨਿਟੀ ਦੇ ਉੱਤੇ ਡਿਪੈਂਡ ਕਰਦਾ, ਉਹਦੇ ਪਰਹੇਜ਼ ਦੇ ਕੰਮ ਡਿਪੈਂਡ ਕਰਦਾ, ਤੇ ਉਹਦੇ ਵਰਤੋਂ ਦੇ ਉੱਤੇ ਕੰਮ ਕਰਦਾ ਕਿ ਉਹ ਕਿੰਨੇ ਸਾਲਾਂ ਤੋਂ ਉਹਨੂੰ ਕੋਈ ਪ੍ਰੋਬਲਮ ਹੈਗੀ ਹੈ। ਸੋ ਜੇ ਪਿੱਤੇ ਦੀ ਪੱਥਰੀ ਦੀ ਗੱਲ ਕਰੀਏ ਤੇ ਸਾਡਾ HCl ਲੈਵਲ ਨੂੰ ਇਨਹੈਂਸ ਕਰਨ ਵਾਸਤੇ ਜਿਹੜਾ ਇਹਦਾ ਕਲੌਂਜੀ ਦਾ ਤੇਲ ਹੈ ਬਹੁਤ ਫਾਇਦੇਮੰਦ ਹੈ, ਜਿਹਦੇ ਨਾਲ ਪਿੱਤੇ ਦੀ ਪੱਥਰੀ ਵੀ ਦੂਰ ਹੁੰਦੀ ਹੈ ਤੇ ਸਾਡਾ ਜਿਹੜਾ ਗੈਸਟ੍ਰਿਕ ਸਿਸਟਮ ਹੈ ਉਹ ਵੀ ਵਧੀਆ ਹੋ ਜਾਂਦਾ ਹੈ ਜੀ ਕਲੌਂਜੀ। ਤੇ ਇੱਕ ਨਾਲ ਇਹਦੇ ਵਿੱਚ ਕਿਹਾ ਜਾਂਦਾ ਕਿ ਬ੍ਰੋਂਕੋ ਡਾਇਲੇਟਰੀ ਹੈਗੀ ਹੈ। ਬ੍ਰੋਂਕਸ ਦਾ ਮਤਲਬ ਹੈ ਜੀ ਸਾਡੇ ਜਿਹੜੀ ਸਾਹ ਪ੍ਰਣਾਲੀ ਹੈ, ਜਿਹੜੀ ਛਾਤੀ ਨਾਲ ਸੰਬੰਧ ਹੈ। ਸੋ ਸਾਡੀਆਂ ਜਿਹੜੀਆਂ ਰਿਬਸ ਨੇ ਉਹਨਾਂ ਦੇ ਵਿੱਚ ਮਿਊਕਸ ਜੰਮ ਜਾਂਦੀ ਹੈ,
ਰੇਸ਼ਾ ਜੰਮ ਜਾਂਦਾ ਹੈ। ਕਫ ਪ੍ਰਕਿਰਤੀ ਦੇ ਜਿਹੜੇ ਲੋਕ ਨੇ, ਜਿਹੜੇ ਬਹੁਤ ਜ਼ਿਆਦਾ ਮੋਟੇ ਨੇ, ਹੂੰ ਜਿਨ੍ਹਾਂ ਨੂੰ ਸਾਹ ਸੰਬੰਧੀ ਪ੍ਰੋਬਲਮ ਹੈ, ਜਿਨ੍ਹਾਂ ਨੂੰ ਛਿੱਕਾਂ ਆਉਂਦੀਆਂ, ਨਜ਼ਲਾ ਜ਼ੁਕਾਮ ਹੈ, ਹੂੰ ਦਮੇ ਦੀ ਦਿੱਕਤ ਹੈਗੀ, ਅਸਥਮਾ ਹੈਗਾ, ਟੂਬਰਕਲੋਸਿਸ ਹੋ ਗਿਆ, ਟੀਬੀ ਹੋ ਗਈ ਹੈ, ਹੂੰ ਉਹਦੇ ਵਿੱਚ ਜਿਹੜਾ ਇਹਦਾ ਰੋਲ ਬਹੁਤ ਵਧੀਆ ਦੇਖਣ ਨੂੰ ਮਿਲਦਾ ਹੈ, ਕਿਉਂਕਿ ਇਹ ਐਂਟੀ ਆਕਸੀਡੈਂਟ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ। ਜਿਹੜੀ ਚੀਜ਼ ਦੇ ਵਿੱਚ ਐਂਟੀ ਆਕਸੀਡੈਂਟ ਦੇ ਗੁਣ ਪਾਏ ਜਾਂਦੇ ਨੇ, ਉਹ ਸਾਡੇ ਸਰੀਰ ਦੇ ਵਿੱਚ ਆਕਸੀਜਨ ਦੀ ਜਿਹੜੀ ਮਾਤਰਾ ਨੂੰ ਵਧਾ ਦਿੰਦੀ ਹੈ, ਜਿਹਦੇ ਨਾਲ ਮਰੀਜ਼ ਨੂੰ ਸਾਹ ਲੈਣ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਸੌਖ ਹੁੰਦੀ ਹੈ। ਦੂਸਰਾ, ਇਹਦੀ ਜਿਹੜੀ ਰੁਕਸ਼ ਜਿਹੜੀ ਇਹਦੀ ਪ੍ਰਕਿਰਤੀ ਹੈ ਤੇ ਗਰਮ ਪ੍ਰਕਿਰਤੀ ਹੈ, ਇਹ ਦੋਵੇਂ ਪ੍ਰਕਿਰਤੀਆਂ ਹੋਣ ਕਰਕੇ ਜਿਹੜੀ ਬਲਗਮ ਹੈ, ਇਹਨੂੰ ਛਾਤੀ ਦੇ ਉੱਤੋਂ ਪੱਟ ਕੇ ਬਾਹਰ ਕੱਢਦੀ ਹੈ, ਜਿਹਦੇ ਨਾਲ ਪੇਸ਼ੈਂਟ ਨੂੰ ਜਿਹੜਾ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ, ਔਰ ਉਸ ਦੇ ਜਿਹੜੇ ਰੇਸ਼ੇ ਦੀ ਜਿਹੜੀ ਸਮੱਸਿਆ ਹੈ, ਉਹ ਤੋਂ ਉਹਨੂੰ ਛੁਟਕਾਰਾ ਮਿਲਦਾ ਹੈ। ਇੱਕ ਹੈਗਾ ਜੀ ਐਂਟੀ ਨਿਓਪਲਾਸਟਿਕ ਇਫੈਕਟ ਇਨ ਵਿਟਰੋ ਐਂਡ ਇਨ ਵੀਵੋ 2026-27। ਜੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਜੀ, ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹੁੰ ਤੱਕ ਕੋਈ ਇਹੋ ਜਿਹਾ ਆਰਗਨ ਨਹੀਂ ਹੈਗਾ ਗਾ ਜਿਹਦੇ ਵਿੱਚ ਨਿਊਟ੍ਰੀਸ਼ਨ ਲੈ ਕੇ ਜਾਣ ਵਾਸਤੇ ਖੂਨ ਦੀ ਲੋੜ ਨਾ ਪੈਂਦੀ ਹੋਵੇ, ਆਕਸੀਜਨ ਦੀ ਲੋੜ ਨਾ ਪੈਂਦੀ ਹੋਵੇ ਤੇ ਨਿਊਟ੍ਰੀਸ਼ਨ ਦੀ ਲੋੜ ਨਾ ਪੈਂਦੀ ਹੋਵੇ। ਸੋ ਖੂਨ ਇੱਕ ਟਰਾਂਸਪੋਰਟਰ ਹੈ, ਤੇ ਉਹਨੂੰ ਧੱਕਣ ਵਾਲਾ, ਉਹਨੂੰ ਚਲਾਉਣ ਵਾਲਾ ਜਿਹੜਾ ਉਹ ਆਕਸੀਜਨ ਹੈਗੀ ਹੈ, ਤੇ ਕੈਰੀ ਜਿਹੜੀ ਚੀਜ਼ ਕੀਤੀ ਜਾ ਰਹੀ ਹੈ ਉਹ ਨਿਊਟ੍ਰੀਸ਼ਨ ਹੈ। ਇਹ ਤਿੰਨਾਂ ਦੀ ਜਿਹੜੀ ਮਾਤਰਾ ਨੂੰ ਬਰਾਬਰ ਬੈਲੈਂਸ ਕਰਨ ਦੇ ਵਿੱਚ, ਜੇ ਮੈਂ ਕਹਾਂ ਕਲੌਂਜੀ ਤੋਂ ਉੱਤੇ ਕੋਈ ਚੀਜ਼ ਦੁਨੀਆ ਤੇ ਬਣੀ ਹੈ ਤੇ ਸ਼ਾਇਦ ਅੱਤ ਖਤਮ ਨਹੀਂ ਹੋਏਗੀ। ਕਲੌਂਜੀ ਇਹਨਾਂ ਤਿੰਨਾਂ ਦੇ ਬੈਲੈਂਸ ਨੂੰ ਬਣਾ ਕੇ ਰੱਖਦੀ ਹੈ। ਹਾਲਾਂਕਿ ਇਹਦੇ ਵਿੱਚ ਗਰਮ ਤਸੀਰ ਹੈਗੀ ਹੈ, ਪਿੱਤਵਰਧਕ ਹੈਗੀ ਹੈ, ਪਰ ਜੇ ਇਹਨੂੰ ਸਹੀ ਤਰੀਕੇ ਨਾਲ ਲਿਆ ਜਾਵੇ ਤੇ ਜਿਹੜੇ ਲੋਕਾਂ ਨੂੰ ਭੋਜਨ ਸੰਬੰਧੀ ਸਮੱਸਿਆਵਾਂ ਨੇ, ਭੁੱਖ ਘੱਟ ਲੱਗਦੀ ਜਾਂ ਪੇਟ ਸੰਬੰਧੀ ਰੋਗ ਨੇ, ਉਹਦੇ ਵਿੱਚ ਵੀ ਇਹ ਬਾ-ਕਮਾਲ ਅਸਰ ਕਰਦੀ ਹੈ ਜੀ ਕਲੌਂਜੀ। ਜੀ ਇਹਦੇ ਚ ਥਾਈਮੋਕਿਨੋਨ ਜਿਹੜਾ ਹੁੰਦਾ, ਉਹ ਕਹਿੰਦੇ ਜੀ ਜਿਹੜਾ ਟਿਊਮਰ ਨੂੰ ਘਟਾਉਣ ਦੀਆਂ ਪ੍ਰੋਪਰਟੀਜ਼ ਰੱਖਦਾ। ਜੀ ਬਿਲਕੁਲ, ਟਿਊਮਰ ਹੋਣ ਦਾ ਮੇਨ ਕਾਰਨ ਕਲਵੰਜੀ ਐਫੀਸ਼ੀਐਂਸੀ ਆਫ ਆਕਸੀਜਨ ਹੈ। ਜਿਹੜੇ ਹਿੱਸੇ ਦੇ ਵਿੱਚ ਆਕਸੀਜਨ ਦੀ ਐਫੀਸ਼ੀਐਂਸੀ ਹੋ ਜਾਏਗੀ, ਬਲੱਡ ਜਿਹੜਾ ਨਿਊਟ੍ਰੀਸ਼ਨ ਪ੍ਰੋਪਰ ਨਹੀਂ ਲਿਜਾ ਸਕਦਾਗਾ, ਉੱਥੇ ਜਾ ਕੇ ਟਿਊਮਰ ਬਣਨੇ ਸ਼ੁਰੂ ਹੁੰਦੇ ਨੇ, ਗੰਢਾਂ ਬਣਦੀਆਂ ਨੇ। ਜਿਹੜੀਆਂ ਕੈਪਿਲਰੀ ਵੇਨਸ ਹੁੰਦੀਆਂ ਨੇ ਚਮੜੀ ਦੇ ਵਿੱਚ ਜਾਂ ਸਾਡੇ ਅੰਗਾਂ ਦੇ ਵਿੱਚ, ਉਹਦੇ ਵਿੱਚ ਜਦੋਂ ਹਵਾ ਭਰ ਜਾਂਦੀ ਹੈ ਜਾਂ ਕਲੋਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਸੋ ਉਹਦੇ ਵਿੱਚ ਹੌਲੀ ਹੌਲੀ ਉਹ ਡਿਪੋਜ਼ਿਟ ਹੁੰਦੀ ਹੁੰਦੀ ਉਹ ਇੱਕ ਗੰਢ ਦਾ ਰੂਪ ਧਾਰਨ ਕਰ ਜਾਂਦੀ ਹੈ। ਤੇ ਇਹਦੇ ਵਿੱਚ ਜਿਹੜੇ ਗੁਣ ਨੇ, ਇਹ ਤਿੰਨਾਂ ਦੀ ਸਪਲਾਈ ਨੂੰ ਖੋਲ ਦਿੰਦੀ ਹੈ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਹਾਂ ਕਿ ਸਾਡੀਆਂ ਆਰਟਰੀਜ਼ ਨੇ, ਜਿਹੜੀਆਂ ਮੇਨ ਜਿਹੜੀਆਂ ਹਾਰਟ ਤੱਕ ਖੂਨ ਲੈ ਕੇ ਜਾਂਦੀਆਂ ਨੇ, ਉਹਦੇ ਵਿੱਚ ਜਦੋਂ ਜਿਹੜੀ ਕੈਲਸ਼ੀਅਮ ਜੰਮਣਾ ਸ਼ੁਰੂ ਹੋ ਜਾਂਦਾ, ਕਾਰਬੋਹਾਈਡਰੇਟ ਜੰਮਣਾ ਸ਼ੁਰੂ ਹੋ ਜਾਂਦਾ, ਕੋਲੇਸਟ੍ਰੋਲ ਜੰਮਣਾ ਸ਼ੁਰੂ ਹੋ ਜਾਂਦਾ, ਤੇ ਉਹਨੂੰ ਇਹ ਪੱਟਣ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੋ ਜਾਂਦੀ ਹੈ, ਜਿਹਦੇ ਨਾਲ ਹਾਰਟ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਨੂੰ ਇਹ ਸੁਧਾਰਦੀ ਹੈ, ਜਿਹਦੇ ਨਾਲ ਸਾਡੇ ਸਰੀਰ ਦੇ ਬਰੀਕ ਤੋਂ ਬਰੀਕ ਅੰਗ ਦੇ ਵਿੱਚ ਜਿਹੜਾ ਨਾੜਾਂ ਦੇ ਵਿੱਚ ਜਿਹੜੀ ਖੂਨ ਦੀ ਸਪਲਾਈ ਨੂੰ ਇਹ ਪ੍ਰੋਪਰ ਕਰ ਦਿੰਦੀ ਹੈ ਜੀ ਕਲੌਂਜੀ। ਥਾਈਮੋਕਿਨੇਨ ਜਿਹੜਾ ਇਹ ਮਤਲਬ ਇਹਨੂੰ ਇੱਕ ਤਾਂ ਕਲੌਂਜੀ ਕਿਹਾ ਜਾਂਦਾ, ਇੱਕ ਬਲੈਕ ਸੀਡ ਕਿਹਾ ਜਾਂਦਾ, ਇੱਕ ਹਿਊਮਨ ਸੀਡ ਵੀ ਕਿਹਾ ਜਾਂਦਾ ਜੀ। ਹਿਊਮਨ ਸੀਡ ਵੀ ਕਿਹਾ ਜਾਂਦਾ, ਇਹਨੂੰ ਦੇਸੀ ਭਾਸ਼ਾ 'ਚ ਕਾਲੀ ਜੀਰੀ ਵੀ ਕਿਹਾ ਜਾਂਦਾ। ਪਰ ਜਿਹੜਾ ਬਲੈਕ ਜੀਰਾ ਹੈ, ਕਾਲਾ ਜੀਰਾ ਜਾਂ ਪਹਾੜੀ ਜੀਰਾ, ਉਹ ਅਲੱਗ ਹੁੰਦਾ, ਪਰ ਇਹਨੂੰ ਕਾਲੀ ਜੀਰੀ ਦੇ ਨਾਮ ਤੇ ਯੂਨਾਨੀ ਦੇ ਵਿੱਚ ਕਾਲੀ ਜੀਰੀ ਹੀ ਇਹਨੂੰ ਕਿਹਾ ਜਾਂਦਾ। ਆਯੁਰਵੇਦ ਦੇ ਬੜੇ ਗ੍ਰੰਥਾਂ ਦੇ ਵਿੱਚ, ਨਿਘਟੂ ਦੇ ਵਿੱਚ ਵੀ ਇਹਨੂੰ ਕਾਲੀ ਜੀਰੀ ਕਿਹਾ ਗਿਆ। ਸੋ ਬਿਲਕੁਲ ਤੁਸੀਂ ਸਹੀ ਕਿਹਾ, ਇਹਨੂੰ ਕਾਲੀ ਜੀਰੀ ਦੇ ਨਾਲ ਵੀ ਜਾਣਿਆ ਜਾਂਦਾ। ਤੇ ਜਿਹੜਾ ਕਲੌਂਜੀ ਹੈਗਾ ਜੀ, ਇਹਨੂੰ ਕਿਹੜੇ ਰੂਪ ਦੇ ਵਿੱਚ ਲਿਆ ਜਾਂਦਾ ਡਾਕਟਰ ਸਾਹਿਬ? ਕਲੌਂਜੀ ਨੂੰ ਜੀ ਕਈ ਤਰੀਕੇ ਨਾਲ ਲਿਆ ਜਾਂਦਾ। ਜਿਵੇਂ ਸਭ ਤੋਂ ਪਹਿਲਾਂ ਸਾਡੇ ਵਿਰਸੇ ਦੀ ਗੱਲ ਕਰੀਏ, ਸਾਡੇ ਵਿਰਸੇ ਦੇ ਵਿੱਚ ਹਰ ਘਰ ਦੇ ਵਿੱਚ ਕਲੌਂਜੀ ਪਾਈ ਜਾਂਦੀ ਸੀ, ਤੇ ਅਚਾਰ ਦੇ ਵਿੱਚ ਇਹਦਾ ਜਿਹੜਾ ਇਸਤੇਮਾਲ ਆ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਸੀਗਾ। ਇਸ ਤੋਂ ਬਾਅਦ ਕਲੌਂਜੀ ਦੀ ਜਿਹੜੀ ਹੈ ਬੀਜ ਹੈ, ਇਹਨਾਂ ਨੂੰ ਭੁੰਨ ਕੇ, ਜਿਵੇਂ ਅਸੀਂ ਜੀਰੇ ਨੂੰ ਭੁੰਨ ਕੇ ਦਹੀਂ ਦੇ ਵਿੱਚ ਜਾਂ ਲੱਸੀ 'ਚ ਮਿਲਾ ਕੇ ਖਾਂਦੇ ਹਾਂ, ਕਾਲੀ ਮਿਰਚ ਨੂੰ, ਜਿੰਨੀਆਂ ਵੀ ਚੀਜ਼ਾਂ ਅਸੈਂਸ਼ੀਅਲ ਆਇਲ ਰੱਖਦੀਆਂ ਨੇ, ਉਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਇਹ ਸਾਰੇ ਜਿਹੜੇ ਐਂਟੀ ਇਨਫਲਾਮੇਟਰੀ, ਐਂਟੀ ਆਕਸੀਡੈਂਟ, ਐਂਟੀ ਕੈਂਸਰ ਪ੍ਰੋਪਰਟੀ ਜਿਹੜੀਆਂ ਉਹਨਾਂ 'ਚ ਪਾਈਆਂ ਜਾਂਦੀਆਂ। ਸੋ ਇਹਦਾ ਜਿਹੜਾ ਇਸਤੇਮਾਲ ਹੈ ਉਹ ਪਾਊਡਰ ਫੋਮ ਦੇ ਵਿੱਚ ਵੀ ਅਸੀਂ ਸਿੱਧਾ ਆਪਦੇ ਕਰਦੇ ਹੁੰਦੇ ਸੀਗੇ। ਇਸ ਤੋਂ ਇਲਾਵਾ ਜਦੋਂ ਕਿਸੇ ਹਿੱਸੇ ਤੇ ਸੋਜ ਹੁੰਦੀ ਸੀ ਚੋਟ ਲੱਗਣ ਨਾਲ ਜਾਂ ਕਿਸੇ ਚੀਜ਼ ਨਾਲ, ਤੇ ਉਹ ਉੱਥੇ ਇਹਦਾ ਜਿਹੜਾ ਲੇਪ ਹੈ ਉਹ ਵੀ ਲਗਾਇਆ ਜਾਂਦਾ ਸੀਗਾ, ਔਰ ਇਹਦਾ ਜਿਹੜਾ ਤੇਲ ਹੈ ਉਹ ਸਦੀਆਂ ਤੋਂ ਸਾਡੇ ਖਾਣੇ ਦਾ ਹਿੱਸਾ ਵੀ ਹੈ, ਸਾਡੀਆਂ ਦਵਾਈਆਂ ਦਾ ਹਿੱਸਾ ਵੀ ਹੈ। ਆਯੁਰਵੇਦ ਦੇ ਵਿੱਚ ਹਜ਼ਾਰਾਂ ਦਵਾਈਆਂ ਦੇ ਵਿੱਚ ਜਿਹੜਾ ਇਹਦੇ ਤੇਲ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ। ਇਹ ਕਹਿੰਦੇ ਵੀ ਕੋਲੇਸਟ੍ਰੋਲ ਵੀ ਘਟਾਉਂਦੇ ਹੈਗੇ, ਜਿਹੜੀ ਜਿਹੜਾ ਇਹਦੇ ਚ ਥਾਈਮੋਕਿਨੇਨ ਜਿਹੜਾ ਹੈਗਾ ਕੰਪਾਊਂਡ ਹੈ। ਮੈਂ ਇਹੀ ਗੱਲ ਪਹਿਲਾਂ ਕਰ ਰਿਹਾ ਸੀ, ਦੁਬਾਰਾ ਦੁਹਰਾ ਦਿੰਦਾ। ਜਿਹੜੀ ਇਹਦੀ ਰੁਕਸ਼ ਜਿਹੜੀ ਇਹਦੀ ਪ੍ਰਕਿਰਤੀ ਹੈ ਔਰ ਗਰਮ ਪ੍ਰਕਿਰਤੀ ਹੈ, ਇਹਦੇ ਨਾਲ ਜਿਹੜੀਆਂ ਆਰਟਰੀਜ਼ ਦੇ ਵਿੱਚ ਜੰਮਿਆ ਹੋਇਆ ਸਾਡਾ ਕਾਰਬੋਹਾਈਡਰੇਟ ਹੈ, ਕੋਲੇਸਟ੍ਰੋਲ ਹੈ, ਉਹਨੂੰ ਇਹ ਪੱਟ ਕੇ ਬਾਹਰ ਕੱਢਦੀ, ਜਿਹਦੇ ਨਾਲ ਸਾਡੇ ਖੂਨ ਦੇ ਵਿੱਚ ਜਿਹੜਾ ਫਾਲਤੂ ਚਰਬੀ ਹੈ ਉਹਨੂੰ ਘਟਾਉਂਦੀ ਹੈ। ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਇੱਕ ਵਰਦਾਨ ਹੈ, ਤੇ ਜਿਹੜੇ ਭਾਰ ਵਧਾਉਣਾ ਚਾਹੁੰਦੇ ਨੇ ਉਹਨਾਂ ਲਈ ਵੀ। ਜੇ ਇਹਨੂੰ ਸ਼ਹਿਦ ਦੇ ਨਾਲ ਮਿਲਾ ਕੇ ਲਿਆ ਜਾਵੇ, ਇਹਦੇ ਦਾਣਿਆਂ ਨੂੰ,
ਜਿਵੇਂ ਮੁਹੰਮਦ ਸਾਹਿਬ ਲੈਂਦੇ ਸੀਗੇ, ਉਹ ਇਹਦੇ ਬੀਜ ਦਾ ਪਾਊਡਰ ਜਿਹੜਾ ਉਹ ਸ਼ਹਿਦ ਦੇ ਨਾਲ ਖਾਂਦੇ ਸੀ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਉਮਰ ਹੈ ਤੇ ਉਹ ਤੰਦਰੁਸਤੀ ਜਿਹੜੀ ਹੈ ਬਹੁਤ ਸਾਲ ਰਹੀ ਹੈ, ਬਰਕਰਾਰ ਰਹੀ ਹੈ। ਸੋ ਇਸੇ ਤਰ੍ਹਾਂ ਆਯੁਰਵੇਦ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੇ ਲੋਕ ਭਾਰ ਵਧਾਉਣਾ ਚਾਹੁੰਦੇ ਨੇ, ਉਹ ਖਾਲੀ ਪੇਟ ਗਰਮ ਸ਼ਹਿਦ ਗਰਮ ਪਾਣੀ ਦੇ ਨਾਲ ਅੱਧਾ ਚਮਚ ਇਹਦੇ ਪਾਊਡਰ ਨੂੰ ਸ਼ਹਿਦ ਮਿਲਾ ਕੇ 1-2 ਚਮਚ ਸੁਬਾਹ ਖਾਲੀ ਪੇਟ ਲੈਣ ਦੇ ਨਾਲ ਜਿਹੜੀ ਉਹਨਾਂ ਦੀ ਭੁੱਖ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਤੇਜ਼ਾਬ ਆਉਂਦਾ ਹੈ, ਉਹ ਰਾਤ ਨੂੰ ਭਿਉਂ ਕੇ ਦੇ ਜਿਹੜੇ ਸੀਡ ਨੇ ਉਹ ਚਬਾ ਕੇ ਉੱਪਰ ਪਾਣੀ ਪੀ ਸਕਦੇ ਨੇ। ਪਾਣੀ ਜੇ ਹੋ ਸਕੇ ਤਾਂ ਕੋਸਾ ਕਰਕੇ ਪੀਤਾ ਜਾਵੇ। ਇਹਦੇ ਨਾਲ ਇਹਨਾਂ ਦੀ ਭੁੱਖ ਵੱਧਦੀ ਹੈ, ਅੰਤੜੀਆਂ ਸਾਫ਼ ਹੁੰਦੀਆਂ ਨੇ, ਲੀਵਰ ਡੀਟੌਕਸ ਹੁੰਦਾ ਹੈ, ਜਿਹਦੇ ਨਾਲ ਸਰੀਰ ਦੇ ਵਿੱਚ ਮੈਟਾਬੋਲਿਜ਼ਮ ਰੇਟ ਵੱਧਦਾ ਹੈ ਤੇ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਨਵੀਂ ਖੂਨ ਤੇ ਚਰਬੀ ਬਣਨਾ ਸ਼ੁਰੂ ਹੋ ਜਾਂਦੀ ਹੈ। ਜਿਹੜੇ ਲੋਕ ਪਤਲੇ ਹੋਣਾ ਚਾਹੁੰਦੇ ਨੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ, ਬਿਲਕੁਲ ਸਾਡੇ ਸਰੀਰ ਦੇ ਵਿੱਚ ਜਿਹੜੀ ਬੈਡ ਕੋਲੇਸਟ੍ਰੋਲ ਬੈਡ ਕੋਲੇਸਟ੍ਰੋਲ ਨੇ, ਫੈਟੀ ਐਸਿਡ ਨੇ, ਉਹਨਾਂ ਨੂੰ ਇਹ ਖਤਮ ਕਰਦੀ, ਜਿਹਦੇ ਨਾਲ ਸਰੀਰ ਦੇ ਵਿੱਚ ਦੁਬਾਰਾ ਚੁਸਤੀ ਤੇ ਸਫੁਰਤੀ ਆ ਜਾਂਦੀ ਹੈ। ਤੇ ਇੱਕ ਡਾਕਟਰ ਸਾਹਿਬ ਆਪਾਂ ਗੱਲ ਕੀਤੀ ਹੈ ਐਂਟੀਆਕਸੀਡੈਂਟ ਦੀ, ਤੇ ਇਹਦੇ ਵਿੱਚ ਕਹਿੰਦੇ ਕੈਂਸਰ ਫਾਈਟਿੰਗ ਪ੍ਰੋਪਰਟੀਜ਼ ਵੀ ਹੁੰਦੀਆਂ, ਕਿਉਂਕਿ ਜੇ ਐਂਟੀ ਡਾਇਬੀਟੀਜ਼ ਹੈ ਬਿਲਕੁਲ ਬਿਲਕੁਲ ਉਹ ਫਿਰ ਕੈਂਸਰ ਫਾਈਟਿੰਗ ਪ੍ਰੋਪਰਟੀਜ਼ ਹੋਣਗੀ ਆਪਣੇ ਆਪ ਹੀ ਹੋਣਗੇ, ਕਿਉਂਕਿ ਕੈਂਸਰ ਦਾ ਜਨਮ ਹੀ ਆਕਸੀਜਨ ਦੀ ਡੈਫੀਸ਼ੀਐਂਸੀ ਕਰਕੇ ਹੁੰਦਾ ਹੈ। ਜਦੋਂ ਸਾਡੇ ਸਰੀਰ ਦੇ ਵਿੱਚ ਆਪਣਾ ਸ਼ੂਗਰ ਦੀ ਵਧਣ ਦੇ ਕਰਕੇ ਹੁੰਦਾ। ਜੀ ਜੀ ਬਿਲਕੁਲ ਬਿਲਕੁਲ ਜੀ। ਸੋ ਜਦੋਂ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਭਰਪੂਰ ਹੋਏਗੀ ਤੇ ਜਿਹੜਾ ਕੈਂਸਰ ਹੈ ਉਹਦੇ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ। ਤੇ ਇਸ ਤੋਂ ਇਲਾਵਾ ਜੀ ਜਿਹੜਾ ਬੈਕਟੀਰੀਆ ਨੂੰ ਮਾਰਨ ਦੇ ਵਿੱਚ ਥਾਈਮੋਗਲੀਨ ਕਹਿੰਦੇ ਕਾਫੀ ਸਹਾਇਤਾ ਬਿਲਕੁਲ ਜੀ, ਐਂਟੀ ਇਨਫਲਾਮੇਟਰੀ ਜਾਂ ਐਂਟੀ ਸਪਾਸਮੋਡਿਕ ਜਿਹੜੇ ਇਹਦੇ ਗੁਣ ਨੇ, ਉਹਦੇ ਨਾਲ ਜਿਹੜੇ ਇਹ ਜਿੰਨੇ ਵੀ ਬੈਕਟੀਰੀਆ ਬਾਹਰ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਮਾਰਨ ਦੇ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਸਹਾਇਕ ਹੁੰਦਾ ਹੈ। ਹੁਣ ਤਾਂ ਮਾਡਰਨ ਸਾਇੰਸ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਕੈਪਸੂਲਾਂ ਦੇ ਵਿੱਚ ਇਹਦਾ ਜਿਹੜਾ ਤੇਲ ਹੈ, ਅਸੈਂਸ਼ੀਅਲ ਆਇਲ ਹੈ ਜਿਹੜਾ ਇਹਦਾ ਥਾਈਮੋਗਲੀਨ ਦਾ ਉਹ ਪਾਇਆ ਜਾਂਦਾ, ਕਲੌਂਜੀ ਦਾ ਪਾਇਆ ਜਾਂਦਾ, ਜਿਹਦੇ ਨਾਲ ਕੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਐਂਟੀ ਸਪਾਸਮੋਡਿਕ ਐਂਟੀ ਬੈਕਟੀਰੀਅਲ ਜਿਹੜੀਆਂ ਦਵਾਈਆਂ ਉਹ ਹਜ਼ਾਰਾਂ ਜਿਹੜੀਆਂ ਬਾਜ਼ਾਰ ਦੇ ਵਿੱਚ ਵਿਕ ਰਹੀਆਂ ਨੇ, ਜਿਹਦੇ ਨਾਲ ਹਜ਼ਾਰਾਂ ਲੋਕਾਂ ਦਾ ਫਾਇਦਾ ਹੋ ਰਿਹਾ ਜੀ। ਤੇ ਜਿਹੜਾ ਲੀਵਰ ਨੂੰ ਪ੍ਰੋਟੈਕਟ ਜਿਹੜੀ ਹੈ ਇਹ ਥਾਈਮੋਗਲੀਨ ਹੈ, ਇੱਕ ਲੀਵਰ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਦੀ ਹੈ, ਇਹਦੇ ਵਿੱਚ ਕਿਹੜੀ ਉਹ ਪ੍ਰਾਪਰਟੀਆਂ ਨੇ? ਕੁਲਵੰਤ ਜੀ, ਆਪਣੇ ਲੀਵਰ ਦੇ ਵਿੱਚ ਵੀ ਕੁਝ ਹਿੱਸਾ ਜਿਹੜਾ ਇਹਦਾ ਥਾਈਮੋਗਲੀਨ ਦਾ ਪਾਇਆ ਜਾਂਦਾ, ਜਿਹਦੇ ਕਰਕੇ ਲੀਵਰ ਹੀ ਇੱਕ ਸਰੀਰ ਦਾ ਇਹੋ ਜਿਹਾ ਹਿੱਸਾ ਹੈਗਾ ਜਿਹੜਾ ਜੇ ਤੁਸੀਂ ਅੱਧਾ ਕੱਟ ਕੇ ਕਿਸੇ ਨੂੰ ਦਾਨ ਕਰ ਦਿੰਦੇ ਹੋ ਤੇ ਉਹ ਸਾਲ 1.5 ਸਾਲ ਦੇ ਵਿੱਚ ਦੁਬਾਰਾ ਆਪਦੀ ਨਵੀਂ ਸ਼ੇਪ ਦੇ ਵਿੱਚ ਵਾਪਸ ਆ ਜਾਂਦਾ ਹੈ। ਸੋ ਇਹ ਜਿਹੜਾ ਥਾਈਮੋਗਲੀਨ ਹੈ ਇਹ ਉਸ ਜਿਹੜੀ ਉਹਦੀ ਰੀਪਰੋਡਕਟਿਵ ਸਿਸਟਮ ਹੈ ਉਹਦੇ ਵਿੱਚ ਇਹਦੀ ਜਿਹੜੀ ਹੈਲਪ ਹੈ ਉਹ ਕਈ 100 ਗੁਣਾ ਵਧਾ ਦਿੰਦਾ ਹੈ, ਜਿਹਦੇ ਨਾਲ ਸਰੀਰ ਦੇ ਵਿੱਚ ਜਿਹੜੇ ਟੌਕਸਿਨ ਲੀਵਰ ਦੇ ਵਿੱਚ ਜੰਮੇ ਹੁੰਦੇ ਨੇ, ਲੀਵਰ ਦੇ ਵਿੱਚ ਜਿਹੜੀ ਕਾਰਬਨ ਜੰਮੀ ਹੁੰਦੀ ਹੈ, ਚਾਹੇ ਅਲਕੋਹਲ ਕਰਕੇ ਹੈ, ਚਾਹੇ ਟੌਕਸਿਨ ਸਾਡੇ ਅਸੀਂ ਖਾਣੇ ਕਰਕੇ ਲਏ ਹੈ, ਚਾਹੇ ਅਸੀਂ ਪੈਸਟੀਸਾਈਡ ਕਰਕੇ ਸਾਡਾ ਲੀਵਰ ਡੈਮੇਜ ਹੋਇਆ, ਜਾਂ ਦਵਾਈਆਂ ਦੇ ਦੁਸ਼ਪ੍ਰਭਾਵ ਕਰਕੇ ਹੋਇਆ, ਜਾਂ ਬਹੁਤ ਜ਼ਿਆਦਾ ਸ਼ਰਾਬ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਇਸਤੇਮਾਲ ਕਰਨ ਕਰਕੇ ਹੋਇਆ, ਉਹਦੇ ਵਿੱਚ ਜਦੋਂ ਲੋਕ ਕਲੌਂਜੀ ਦਾ ਇਸਤੇਮਾਲ ਕਰਦੇ ਨੇ ਤੇ ਜਿਹੜਾ ਲੀਵਰ ਨੇ ਉਹ ਡੀਟੌਕਸ ਹੋ ਕੇ ਬਿਲਕੁਲ ਨਵਾਂ ਨਵਾਇਆ ਹੋ ਜਾਂਦਾ। ਤੇ ਇਹਨੂੰ ਜਿਹੜਾ ਆਪਾਂ ਮੰਨ ਲਓ ਵੀ ਆਪਾਂ ਕਲੌਂਜੀ ਦਾ ਤੇਲ ਹੈ, ਕਿਉਂਕਿ ਪਾਵਰਫੁਲ ਜਿਹੜਾ ਸਭ ਤੋਂ ਵੱਧ ਜਿਹੜਾ ਉਹ ਕਹਿੰਦੇ ਤੇਲ ਮੰਨਿਆ ਜਾਂਦਾ ਜੀ ਜੀ ਜੀ। ਤੇ ਕਲੌਂਜੀ ਦਾ ਤੇਲ ਜੇ ਲੈਣਾ ਹੋਵੇ ਤਾਂ ਉਹਦੀ ਡੋਜ਼ ਕਿੰਨੀ ਹੋਣੀ ਚਾਹੀਦੀ ਤੇ ਲੈਣਾ ਕਿਵੇਂ ਆ? ਪਾਣੀ 'ਚ ਲੈਣਾ ਹੈ, ਸ਼ਹਿਦ ਲੈਣਾ, ਕਿਵੇਂ ਲੈਣਾ ਹੈ? ਕੁਲਵੰਤ ਜੀ, ਇਹਦਾ ਜਿਹੜਾ ਸਹੀ ਵਿਧਾਨ ਹੈ ਉਹ ਪੇਸ਼ੈਂਟ ਦੀ ਪ੍ਰਕਿਰਤੀ, ਵਾਤ, ਪਿੱਤ, ਕਫ ਕੀ ਪ੍ਰਧਾਨ ਹੈ। ਜੇ ਆਪਾਂ ਇਹਨਾਂ ਨੂੰ 3 ਕੈਟਾਗਰੀਆਂ ਦੇ ਵਿੱਚ ਪਹਿਲਾਂ ਵੰਡਦੇ ਹਾਂ, ਸਭ ਤੋਂ ਪਹਿਲਾਂ ਜਿਹੜੀ ਵਾਤ ਦੀ ਗੱਲ ਕਰੀ, ਜਿਹੜੇ ਲੋਕ ਬਹੁਤ ਜ਼ਿਆਦਾ ਪਤਲੇ ਨੇ ਤੇ ਸਰੀਰ ਦੇ ਵਿੱਚ ਉਹਨਾਂ ਦੇ ਜੋੜਾਂ ਦੇ ਦਰਦ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਰਹਿੰਦੀਆਂ, ਸਰਵਾਈਕਲ ਦੀ ਦਿੱਕਤ ਹੈਗੀ ਹੈ, ਉਹ ਲੋਕ ਜੇ ਇਹਦਾ ਇਸਤੇਮਾਲ ਕਰਨਾ ਚਾਹੁੰਦੇ ਨੇ ਤੇ ਉਹ ਦੁੱਧ ਦੇ ਨਾਲ ਇਹਦਾ ਇਸਤੇਮਾਲ ਕਰਨ, ਤਾਂ ਕਿ ਸਰੀਰ ਦੇ ਵਿੱਚ ਜਿਹੜਾ ਇਹਨੂੰ ਹਜਮ ਕਰਨ ਲਈ ਉਹਨਾਂ ਦੇ ਸਰੀਰ ਦੇ ਵਿੱਚ ਪਿੱਤ ਨਾ ਵਧੇ। ਜਿਹੜੇ ਲੋਕ ਕਫ ਦੇ ਰੋਗੀ ਨੇ ਉਹ ਇਹਨੂੰ ਗਰਮ ਪਾਣੀ ਦੇ ਨਾਲ ਸ਼ਹਿਦ ਦੇ ਨਾਲ ਮਿਲਾ ਕੇ ਸੇਵਨ ਕਰ ਸਕਦੇ ਨੇ, ਤਾਂ ਕਿ ਸਰੀਰ ਦੇ ਵਿੱਚ ਜਿਹੜੀ ਕਫ ਹੈ ਉਹਨੂੰ ਖਤਮ ਕੀਤਾ ਜਾ ਸਕੇ। ਤੇ ਜਿਹੜੇ ਪਿੱਤ ਦੇ ਰੋਗੀ ਨੇ ਉਹ ਜੇ ਭਿਉਂ ਕੇ ਦੇ ਜਿਹੜੇ ਦਾਣੇ ਆ ਉਹਨੂੰ ਜ਼ਿਆਦਾ ਇਸਤੇਮਾਲ ਕਰਨ ਤੇ ਉਹਨਾਂ ਲਈ ਫਾਇਦੇਮੰਦ ਹੋਏਗਾ, ਕਿਉਂਕਿ ਜੇ ਡਾਇਰੈਕਟ ਆਇਲ ਲੈਣਗੇ ਤੇ ਸਰੀਰ ਦੇ ਵਿੱਚ, ਕਿਉਂਕਿ ਪਿੱਤ ਉਹਨਾਂ ਦੇ ਪਹਿਲਾਂ ਵਧੀ ਹੋਈ ਹੈ, ਤੇ ਉਸ ਤੋਂ ਬਾਅਦ ਜੇ ਜ਼ਿਆਦਾ ਗਰਮ ਇਹਦਾ ਇਸਤੇਮਾਲ ਕਰ ਲੈਣਗੇ ਤਾਂ ਉਹਨਾਂ ਨੂੰ ਫਾਇਦੇ ਥਾਂ ਤੇ ਨੁਕਸਾਨ ਹੋ ਸਕਦਾ ਹੈ। ਬਾਕੀ ਇਹ ਪੇਸ਼ੈਂਟ ਦੀ ਪ੍ਰਕਿਰਤੀ ਵੀ ਡਿਪੈਂਡ ਕਰਦੀ ਹੈ। ਕਈ ਵਾਰ ਕਈ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਗਰਮ ਚੀਜ਼ ਪਚਾ ਵੀ ਲੈਂਦੇ ਨੇ, ਉਹਨਾਂ ਦੇ ਲੀਵਰ ਦੇ ਡਾਈਜੈਸ਼ਨ ਦੇ ਉੱਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ। ਸੋ ਪੇਸ਼ੈਂਟ ਟੂ ਪੇਸ਼ੈਂਟ ਇਹ ਚੀਜ਼ਾਂ ਵੈਰੀ ਕਰਦੀਆਂ ਨੇ। ਇਸ ਤੋਂ ਬਾਅਦ ਇਹ ਉਮਰ ਦੇ ਹਿਸਾਬ ਨਾਲ ਵੀ ਵਰਤਿਆ ਜਾਂਦਾ। ਜੇ ਆਪਾਂ ਐਕਸਟਰਨਲ ਯੂਜ਼ ਕਰਨਾ ਤੇ ਉਹ ਆਪਾਂ ਇੱਕ ਵਾਰ ਲਗਾਵਾਂਗੇ ਤੇ ਚਲੋ ਕੁਝ ਸਮਾਂ ਪਾ ਕੇ ਉਸ ਚੀਜ਼ ਤੋਂ ਰਿਕਵਰੀ ਕੀਤੀ ਜਾ ਸਕਦੀ ਹੈ, ਪਰ ਜੇ ਕੋਈ ਚੀਜ਼ ਕੰਜ਼ਿਊਮ ਕਰਨੀ ਹੈ ਤੇ ਮੇਰੀ ਇਹੀ ਸਲਾਹ ਹੁੰਦੀ ਹੈ ਹਰ ਵੀਡੀਓ ਦੀ ਤਰ੍ਹਾਂ ਕਿ ਕਿਸੇ ਵੀ ਐਕਸਪਰਟ ਦੀ ਜਿਹੜੀ ਹੈ ਰਾਏ ਲੈ ਕੇ ਤਾਂ ਇਹਦਾ ਇਸਤੇਮਾਲ ਕਰਿਆ ਜੇ। ਆਪਣੇ ਆਪ ਆਪਣੀ ਮਰਜ਼ੀ ਨਾਲ ਵੱਧ ਜਾਂ ਘੱਟ ਇਹਦਾ ਇਸਤੇਮਾਲ ਨਾ ਕਰੋ। ਬੜੇ ਲੋਕਾਂ ਦੇ ਫੋਨ ਆਉਂਦੇ ਆ ਕੁਲਵੰਤ ਜੀ ਕਿ ਅਸੀਂ ਇਹਨੂੰ ਡਬਲ ਕਰ ਦਈਏ ਦੀ ਡੋਜ਼ ਨੂੰ, ਸਾਨੂੰ ਘੱਟ ਫਰਕ ਪੈ ਰਿਹਾ, ਤੇ ਮੈਂ ਉਹਨਾਂ ਨੂੰ ਅਕਸਰ ਹੀ ਕਹਿੰਦਾ ਹੁੰਦਾ ਕਿ
ਜਿਹੜੀ ਚੀਜ਼ ਸਲੋ ਵਿੰਦਾ ਰੇਸ ਹੈ, ਹੂੰ ਸਹਿਜ ਬਗੇ ਸੋ ਮਿੱਠਾ ਹੋਏ, ਉਹ ਜਿਹੜੀ ਚੀਜ਼ ਹੈ ਸਲੋ ਹੋ ਕੇ ਕਰਨ ਦੇ ਵਿੱਚ ਫਾਇਦਾ ਜ਼ਿਆਦਾ ਹੁੰਦਾ ਹੈ। ਜੇ ਤੁਸੀਂ ਕਾਹਲ ਦੇ ਵਿੱਚ ਉਹਦੀ ਪੋਟੈਂਸੀ ਜ਼ਿਆਦਾ ਲੈ ਲਓਗੇ ਤੇ ਉਹਦੇ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਸਕਦੇ ਨੇ। ਬਿਲਕੁਲ ਜੀ, ਜਿੱਥੇ ਕਲੌਂਜੀ ਲੈਣ ਦੇ ਆਪਾਂ ਨੂੰ ਫਾਇਦੇ ਨੇ, ਉੱਥੇ ਕੁਛ ਸ਼ਾਇਦ ਇਹਦੇ ਨੁਕਸਾਨ ਵੀ ਹੋ ਸਕਦੇ ਨੇ, ਤੇ ਜੇ ਜੀ ਨੁਕਸਾਨ ਤੋਂ ਬਚਣਾ ਹੈਗਾ, ਤਾਂ ਫਿਰ ਜਿਵੇਂ ਕੋਈ ਸਕਿਨ ਦੇ ਵਿੱਚ ਆਪਾਂ ਅਗਰ ਕਿਸੇ ਨੁਕਸਾਨ ਤੋਂ ਬਚਦੇ ਹਾਂ, ਤਾਂ ਡਾਕਟਰ ਸਾਹਿਬ ਪਹਿਲਾਂ ਉਹਦਾ ਪੈਚ ਟੈਸਟ ਕਰ ਜੀ ਲੈਂਦੇ ਜੀ ਨੇ। ਬਿਲਕੁਲ, ਜਦੋਂ ਵੀ ਕੋਈ ਵੀ ਐਸੈਂਸ਼ੀਅਲ ਆਇਲ ਜਿਵੇਂ ਕਲੋਵ ਆਇਲ ਹੈ, ਲੌਂਗ ਦਾ ਤੇਲ ਹੈ, ਜਾਂ ਦਾਲਚੀਨੀ ਦਾ ਤੇਲ ਹੈ, ਜਾਂ ਇਸੇ ਤਰ੍ਹਾਂ ਜਾਇਫਲ ਦਾ ਤੇਲ ਹੈ, ਜਿਹੜੇ ਐਕਸਟਰਨਲ ਰੂਪ ਦੇ ਵਿੱਚ ਬਾਵਚੀ ਦਾ ਤੇਲ ਹੈ, ਜਾਂ ਆਪਾਂ ਇਹਦੀ ਕਲੌਂਜੀ ਦੇ ਬੀਜਾਂ ਦੇ ਤੇਲ ਦੀ ਗੱਲ ਕਰ ਰਹੇ ਹਾਂ। ਜਦੋਂ ਵੀ ਇਹਨੂੰ ਲਗਾਉਣਾ ਹੈ, ਇਹਨੂੰ ਪਹਿਲਾਂ ਡਿਲੂਟ ਕਰਕੇ ਲਗਾਉਣਾ ਹੈ, ਡਾਇਰੈਕਟ ਨਹੀਂ ਲਗਾਉਣਾ ਕਦੇ ਵੀ, ਕਿਉਂਕਿ ਬਹੁਤ ਇਹਦੀ ਜਿਹੜੀ ਸੈਂਸਿਟੀਵਿਟੀ ਹਾਈ ਹੁੰਦੀ ਹੈ। ਜਿਹੜੇ ਲੋਕ ਅੱਜ ਕੱਲ੍ਹ, ਕਿਉਂਕਿ ਇਮਿਊਨਿਟੀ ਬਹੁਤ ਸਟਰੋਂਗ ਨਹੀਂ ਹੈਗੀ ਲੋਕਾਂ ਦੀ, ਸਕਿਨ ਬਹੁਤ ਸੈਂਸਿਟਿਵ ਹੋ ਚੁੱਕੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਸਾਬਣ ਡਿਊ ਵਰਤਦੇ ਹਾਂ, ਉਹਦੇ ਕਰਕੇ ਸਾਡੀ ਸਕਿਨ ਦੇ ਵਿੱਚ ਪ੍ਰੋਟੈਕਸ਼ਨ ਬਹੁਤ ਘੱਟ ਗਈ ਹੈ। ਜਦੋਂ ਵੀ ਵਰਤਣਾ ਇਹਨੂੰ 3 ਜਾਂ 4:1 ਦੀ ਜਾਂ 5:1 ਦੀ ਜਿਹੜੀ ਰੇਸ਼ੋ ਦੇ ਵਿੱਚ 1 ਡ੍ਰੌਪ ਇਹਦਾ ਕਲੌਂਜੀ ਦੇ ਤੇਲ ਦਾ ਤੇ 4 ਡ੍ਰੌਪ ਕੋਕੋਨਟ ਆਇਲ, ਹੋ ਸਕੇ ਤਾਂ ਵਰਜਨ ਕੋਕੋਨਟ ਆਇਲ ਵਿੱਚ ਮਿਲਾ ਕੇ ਉਹਦਾ ਪੈਚ ਟੈਸਟ ਕਰੋ। ਸਕਿਨ ਦਾ ਜਿਹੜੀ ਓਪਨ ਸਕਿਨ ਹੈ, ਕਿਸੇ ਦੇ ਉੱਤੇ ਤੁਸੀਂ ਛੋਟਾ ਜਿਹਾ ਪੈਚ ਲਗਾ ਲਓ, ਉਹਦੇ ਚਾਰੇ ਪਾਸੇ ਤੁਸੀਂ ਪੈਨ ਨਾਲ ਮਾਰਕ ਕਰ ਦਿਓ, ਤੇ ਕੁਝ ਮਿੰਟ ਜਾਂ ਘੰਟੇ ਤੁਸੀਂ ਉਹਨੂੰ ਵਾਚ ਕਰੋ ਕਿ ਉਹਦੇ ਨਾਲ ਕੋਈ ਰਿਐਕਸ਼ਨ ਤਾਂ ਨਹੀਂ ਆ ਰਿਹਾ। ਜੇ ਨਹੀਂ ਆ ਰਿਹਾ ਤਾਂ ਉਹਨੂੰ ਧੋ ਕੇ ਤੁਸੀਂ ਜਿਹੜਾ ਪਾਰਟਿਕੂਲਰ ਏਰੀਆ ਉੱਤੇ ਤੁਸੀਂ ਲਗਾ ਸਕਦੇ ਹੋ। ਅਦਰਵਾਈਜ਼ ਡਾਇਰੈਕਟ ਜਿਹੜਾ ਇਹਦਾ ਤੇਲ ਹੈ, ਉਹ ਕਦੀ ਵੀ ਆਪਦੀ ਸਕਿਨ ਦੇ ਉੱਤੇ ਅਪਲਾਈ ਨਹੀਂ ਕਰਨਾ ਚਾਹੀਦਾ। ਤੇ ਜਿਨ੍ਹਾਂ ਲੋਕਾਂ ਨੂੰ ਪ੍ਰੈਗਨੈਂਟ ਲੇਡੀਜ਼ ਹੈਗੀਆਂ ਨੇ, ਦੁੱਧ ਪਿਲਾਉਣ ਵਾਲੀਆਂ ਜੀ ਮਾਤਾਵਾਂ ਨੇ, ਉਹਨਾਂ ਜੀ ਦੇ ਬਾਰੇ ਕੁਝ ਕਹਿਣਾ ਚਾਹੋਗੇ? ਜੀ, ਉਹਨਾਂ ਨੂੰ ਵੀ ਸੋਚ ਸਮਝ ਕੇ ਇਹਦਾ ਇਸਤੇਮਾਲ ਕਰਨਾ ਚਾਹੀਦਾ ਤੇ ਕਿਸੇ ਐਕਸਪਰਟ ਦੀ ਰਹਿਣ ਨਾਲ ਹੀ ਕਰਨਾ ਚਾਹੀਦਾ। ਇਹਦੇ ਫਾਇਦੇ ਬਹੁਤ ਨੇ ਜੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲੈਣਗੀਆਂ, ਪਰ ਲੈਣ ਦਾ ਤਰੀਕਾ ਤੇ ਉਹਨਾਂ ਦੀ ਸਥਿਤੀ, ਕਿਹੜੇ ਸ਼ਹਿਰ 'ਚ ਨੇ, ਕਿਹੜੇ ਦੇਸ਼ 'ਚ ਨੇ। ਜਿਵੇਂ ਗੱਲ ਕਰੀਏ ਇੰਡੀਆ ਤੋਂ ਬਾਹਰ ਦੀ ਗੱਲ ਕਰੀਏ, ਜੇ ਕਈ ਜਰਮਨੀ ਦੀ ਗੱਲ ਕਰੀਏ, ਉੱਥੇ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ, ਜਾਂ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਉੱਥੇ ਲੋਕਾਂ ਦੀ ਜਿਹੜੀ ਲੈਣ ਦੀ ਪ੍ਰਕਿਰਤੀ ਹੈ, ਜਿਹੜੀ ਲੈਣ ਦੀ ਪੋਟੈਂਸੀ ਉਹ ਵੱਖਰੀ ਹੋਏਗੀ ਬਜਾਏ ਹਿੰਦੁਸਤਾਨ ਦੇ। ਜੀ, ਤੇ ਜਿਨ੍ਹਾਂ ਲੋਕਾਂ ਨੇ ਆਰਗਨ ਟ੍ਰਾਂਸਪਲਾਂਟ ਕਰਾਇਆ ਹੋਏਗਾ, ਉਹਨਾਂ ਜੀ ਬਾਰੇ ਵੀ ਕੋਈ ਹਦਾਇਤ ਹੈ? ਜੀ ਬਿਲਕੁਲ, ਜਦੋਂ ਵੀ ਤੁਸੀਂ ਆਰਗਨ ਟ੍ਰਾਂਸਪਲਾਂਟ ਕਰਾ ਰਹੇ ਹੋ, ਇੱਥੋਂ ਸਿੱਧਾ ਸੰਬੰਧ ਇਹ ਹੈ ਕਿ ਤੁਹਾਡੇ ਸਰੀਰ ਦੀ ਇਮਿਊਨਿਟੀ ਬਹੁਤ ਜ਼ਿਆਦਾ ਵੀਕ ਹੋ ਗਈ, ਤਾਂ ਹੀ ਤੁਹਾਡਾ ਜਿਹੜਾ ਆਰਗਨ ਡੈਮੇਜ ਹੋਇਆ, ਤੇ ਉਹਦੇ ਲਈ ਤੁਹਾਨੂੰ ਬਾਹਰੋਂ ਆਰਗਨ ਆਪਦੀ ਬੋਡੀ 'ਚ ਟ੍ਰਾਂਸਪਲਾਂਟ ਕਰਾਉਣਾ ਪਿਆ। ਸੋ ਉਹਦੇ ਵਿੱਚ ਬਹੁਤ ਗੰਭੀਰ परिणाम ਹੋ ਸਕਦੇ ਨੇ। ਫਾਇਦਾ ਹੋ ਸਕਦਾ ਹੈ, ਬਹੁਤ ਜ਼ਿਆਦਾ ਫਾਇਦਾ ਹੋਏਗਾ, ਕਿਉਂਕਿ ਆਪਦੇ ਆਪ 'ਚ ਇਹ ਸੰਜੀਵਨੀ ਹੈ। ਪਰ ਐਕਸਪਰਟ ਦੀ ਰਾਏ ਬਿਨਾਂ ਇਹਨੂੰ ਡਾਇਰੈਕਟ ਆਪਦੀ ਮਰਜ਼ੀ ਨਾਲ ਇਸਤੇਮਾਲ ਨਾ ਕਰੋ। ਜਦੋਂ ਵੀ ਇਹਦਾ ਇਸਤੇਮਾਲ ਕਰਨਾ ਹੈ, ਆਪਦੇ ਸਰੀਰ ਦੀ ਪ੍ਰਕਿਰਤੀ, ਆਪਦਾ ਜੋ ਸਕਿਨ ਦਾ ਤੁਹਾਡਾ ਜਾਂ ਤੁਹਾਡੇ ਸਰੀਰ ਦਾ ਜਿਹੜਾ ਪ੍ਰਕਿਰਤੀ ਹੈ, ਵਾਤ ਪਿੱਤ ਕਫ, ਕਿਹੜੀ ਸਟੇਜ ਦੇ ਵਿੱਚ ਕਿਹੜਾ ਤੁਹਾਡਾ ਜਿਹੜਾ ਬੋਡੀ ਦਾ ਪਾਰਟ ਹੈ ਤੁਸੀਂ ਟ੍ਰਾਂਸਪਲਾਂਟ ਕਰਾਇਆ, ਉਹਦੇ ਹਿਸਾਬ ਨਾਲ ਹੀ ਇਹਦਾ ਜਿਹੜਾ ਮਾਤਰਾ ਨਿਸ਼ਚਿਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੱਕ ਜੀ ਵਾਰ ਫੇਰ ਜਿਹੜੇ ਕਲੌਂਜੀ ਦੇ ਬਾਰੇ ਬਾ-ਕਮਾਲ ਜਾਣਕਾਰੀ ਦਿੱਤੀ ਹੈ। ਸਿਰ ਦੇ ਜੀ ਵਿੱਚ ਕਹਿੰਦੇ ਜੇ ਲਗਾਉਣਾ ਹੈਗਾ, ਤਾਂ ਸਿਰ ਦੇ ਵਿੱਚ ਵੀ ਕਿਸੇ ਚੀਜ਼ ਵਿੱਚ ਆਇਲ ਦੇ ਵਿੱਚ ਮਿਕਸ ਡਿਲੀਟ ਕਰਕੇ ਕਰਕੇ, ਇਸ ਜੀ ਨੂੰ ਜੀ ਲਗਾਈਏ, ਤੇ ਬਿਲਕੁਲ ਸਿਰ ਦੀਆਂ ਜਿਹੜੀਆਂ ਕਈ ਸਮੱਸਿਆਵਾਂ ਜਿਹੜੀਆਂ ਉਹ ਚੱਕ ਦਿੰਦੇ ਹੈਗੇ। ਜੀ। ਕਲੌਂਜੀ ਮੈਂ ਦੱਸਣਾ ਚਾਹਾਂਗਾ ਕਿ ਹਾਂ, ਜਿਹੜਾ ਇਹਦਾ ਤੇਲ ਹੈ, ਇਹਨੂੰ ਹਮ। ਡਿਲੂਟ ਕਰਕੇ ਨੱਕ ਦੇ ਵਿੱਚ ਪਾਉਣ ਦੇ ਨਾਲ ਮਾਈਗ੍ਰੇਨ ਦੀ ਜਿਹੜੀ ਸਮੱਸਿਆ, ਵਾਲ ਝੜਨ ਦੀ ਸਮੱਸਿਆ, ਕਿੰਨਾ ਉਹਦੇ ਡਿਲੂਟ, ਕੋਈ ਰੇਸ਼ੋ ਇਹਦੀ? 10:1 ਦੀ ਰੇਸ਼ੋ। ਜਿੱਦਾਂ 10 ਤੁਸੀਂ ਦੀ। ਖਾਣਾ ਹੈ ਹੂੰ ਤੇ 4:1 ਦੀ ਰੇਸ਼ੋ ਜਾਂ 3:1 ਦੀ ਰੇਸ਼ੋ, ਹੂੰ ਇਸੇ ਤਰ੍ਹਾਂ ਲਗਾਉਣ ਵਾਸਤੇ ਵੀ 4 ਜਾਂ 5:1 ਦੀ ਰੇਸ਼ੋ। ਜੇ ਨੱਕ 'ਚ ਪਾਉਣਾ ਹੈ ਤੇ 10:1 ਦੀ ਰੇਸ਼ੋ। ਹੂੰ। ਬਦਾਮ ਰੋਗਨ 10 ml ਲੈਣਾ ਹੈ, ਉਹਦੇ 'ਚ 1 ml ਤੁਸੀਂ ਕਲੌਂਜੀ ਦਾ ਤੇਲ ਮਿਲਾ ਕੇ ਉਹਨੂੰ ਯਾਨੀ ਜੇ ਨੱਕ 10 ਬੂੰਦਾਂ ਉਹਦੀਆਂ ਤੇ 1 ਬੂੰਦ ਉਹਦੀ, 1 ਇਹਦਾ ਆਪਾਂ ਬੂੰਦ, ਜੀ ਸੌਖਾ ਬਿਲਕੁਲ, ਹਾਂਜੀ। ਸੋ ਉਹਨੂੰ ਮਿਲਾ ਕੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇਕੱਠਾ ਮਿਲਾ ਕੇ ਰੱਖ ਲਓਗੇ, ਤੇ ਵਾਰ-ਵਾਰ ਤੁਹਾਡੀ ਜਿਹੜੀ ਉਹ ਰੇਸ਼ੋ ਵੱਧ ਘੱਟ ਨਹੀਂ ਹੋਏਗੀ, ਇੱਕ ਲਿਮਿਟ ਦੇ ਵਿੱਚ ਤੁਸੀਂ ਉਹ ਚੱਲਦੇ ਰਹੋਗੇ। ਸੋ ਤੁਹਾਡੀ ਮਰਜ਼ੀ ਹੈ, ਤੁਸੀਂ ਇੱਕ-ਇੱਕ ਡ੍ਰੌਪ ਕਰਕੇ ਕਰਨਾ ਹੈ ਜਾਂ 1-1 ml ਕਰਕੇ ਕਰਨਾ ਹੈ। ਹੂੰ। ਉਹਨੂੰ ਨੱਕ 'ਚ ਪਾਉਣ ਦੇ ਨਾਲ ਮਾਈਗ੍ਰੇਨ ਦੀ ਜਿਹੜੀ ਸਮੱਸਿਆ, ਉਹ ਤੋਂ ਛੁਟਕਾਰਾ ਮਿਲਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕਾਂ ਦੇ ਵਿੱਚ ਕੰਨਾਂ ਦੇ ਵਿੱਚ ਸਾਹ ਦੀ ਆਵਾਜ਼ ਆਉਂਦੀ ਹੈ, ਉਹ ਵੀ ਜੇ ਨੱਕ ਦੇ, ਟਨਾਈਟਸ ਜਿਹੜੇ ਹੁੰਦੇ। ਹਾਂਜੀ, ਹੂੰ ਨੱਕ ਦੇ ਵਿੱਚ ਜੇ ਪਾਉਣਗੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਇਹਦਾ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਇਹਦਾ ਧੂਮਰਪਾਨ ਵੀ ਕੀਤਾ ਜਾਂਦਾ ਸੀਗਾ। ਜਿਹੜੇ ਲੋਕਾਂ ਦੇ ਕੰਨ ਬੰਦ ਹੋ ਜਾਂਦੇ ਸੀ ਜਾਂ ਕੰਨ ਹੂੰ ਵਗਦੇ ਸੀਗੇ, ਹੂੰ ਤੇ ਧੂਮਰਪਾਨ ਦੀ ਇੱਕ ਅਲੱਗ ਵਿਧੀ ਹੈ ਆਯੁਰਵੇਦ ਦੇ ਵਿੱਚ। ਸੋ ਉਹਦੇ ਬਾਰੇ ਮੈਂ ਜ਼ਿਆਦਾ ਡੀਪਲੀ ਨਹੀਂ ਜਾਵਾਂਗਾ। ਸੋ ਕਿਤੇ ਨਾ ਕਿਤੇ ਜੇ ਸਿਰ ਦੀ ਗੱਲ ਕਰੀਏ, ਸਿਰ ਦੇ ਵਾਲਾਂ ਦੀ ਸਿਕਰੀ ਦੀ ਗੱਲ ਕਰੀਏ, ਤੇ ਦਹੀਂ ਦੇ ਵਿੱਚ ਇਹਦੇ ਕਲੌਂਜੀ ਦੇ ਬੀਜ ਮਿਲਾ ਕੇ, ਪਾਊਡਰ ਮਿਲਾ ਕੇ ਲਗਾਉਣ ਦੇ ਨਾਲ ਸਿਰ ਦੀ ਸਿਕਰੀ, ਇੱਥੋਂ ਤੱਕ ਕਿ ਸੋਰਾਇਸਿਸ ਦੇ ਵਿੱਚ ਵੀ ਇਹਦਾ ਜਿਹੜਾ ਫਾਇਦਾ ਦੇਖਣ ਨੂੰ ਮਿਲਿਆ। ਜੀ ਕਲੌਂਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਲੌਂਜੀ ਬਾਰੇ ਐਸੀ ਜਾਣਕਾਰੀ ਦਿੱਤੀ ਹੈ, ਸ਼ਾਇਦ ਜਿਹੜੀ ਹੈ ਉਹ ਸਾਰੇ ਲੋਕਾਂ ਤੱਕ, ਜੇਕਰ ਇਹ ਸਾਰਾ ਪ੍ਰੋਡਕਟ ਚਾਹੇ ਕਲੌਂਜੀ ਓਰੀਜਨਲ, ਪਰ ਓਰੀਜਨਲ ਮਿਲੇ ਤਾਂ ਗੱਲ ਹੈਗੀ ਆ। ਜੀ ਕੋਸ਼ਿਸ਼ ਕਰ ਰਹੇ ਹਾਂ ਓਰੀਜਨਲ ਵੀ ਪ੍ਰੋਵਾਈਡ ਕਰਾਉਣ ਦੀ ਡਾਕਟਰ ਸਾਹਿਬ, ਜੀ ਬਿਲਕੁਲ ਜੀ ਤੇ ਬਿਲਕੁਲ, ਓਰੀਜਨਲ ਸਾਡੇ ਮਿਲ ਵੱਲੋਂ ਜਾਏਗੀ। ਜੀ ਹਮੇਸ਼ਾ ਹੀ
ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਚੀਜ਼ ਬਾਰੇ ਅਸੀਂ ਦਰਸ਼ਕਾਂ ਨੂੰ ਤਾਰੁਫ਼ ਕਰਾਈਏ, ਉਹਦੇ ਜਿਹੜੇ ਅਸਲ ਜਿਹੜਾ ਉਹ ਚੀਜ਼ ਹੈ ਲੋਕਾਂ ਤੱਕ ਪਹੁੰਚਦੀ ਵੀ ਕਰ ਸਕੀਏ। ਕਿਉਂਕਿ ਜਿਹੜੇ ਆਯੁਰਵੇਦ ਦੇ ਨੁਸਖੇ ਨੇ ਅਲੱਗ-ਅਲੱਗ ਗ੍ਰੰਥਾਂ ਦੇ ਵਿੱਚ ਲਿਖੇ ਜ਼ਰੂਰ ਪਏ ਨੇ, ਪਰ ਉਹ ਕੰਮ ਤਾਂ ਨਹੀਂ ਕਰ ਰਹੇ ਕਿਉਂਕਿ ਐਕਚੁਅਲ 'ਚ ਜਿਹੜੀ ਉਹ ਜੜੀ ਬੂਟੀ ਜਾਂ ਜਿਹੜੀ ਉਹ ਵਸਤੂ ਲਿਖੀ ਹੁੰਦੀ ਹੈ, ਉਹ ਸਾਨੂੰ ਮਿਲਦੀ ਨਹੀਂ। ਸੋ ਜਦੋਂ ਅਸੀਂ ਕੋਈ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤਾਂ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਨਾਲ ਜਿਹੜੀ ਜੁੜੀ ਟੀਮ ਹੈ, ਉਹਨੂੰ ਅਸੀਂ ਇਸ ਚੀਜ਼ ਲਈ ਲਗਾਇਆ ਹੋਇਆ ਕਿ ਤੁਸੀਂ ਆਹ ਚੀਜ਼ ਲੱਭ ਕੇ ਲਿਆਉਣੀ ਹੈ ਤੇ ਇਹਨੂੰ ਸਹੀ ਪ੍ਰੋਪਰ ਤਰੀਕੇ ਨਾਲ ਪੈਕ ਕਰਕੇ ਹਰ ਇੱਕ ਲੋਕਾਂ ਤੱਕ ਜਿਹੜੇ ਆਯੁਰਵੇਦ ਨੂੰ ਚਾਹੁਣ ਵਾਲੇ ਨੇ, ਉਹਨਾਂ ਦੇ ਸੇਵਾ ਤੱਕ ਉਹਨਾਂ ਦੇ ਪਹੁੰਚਾਈ ਜਾ ਸਕੇ, ਉਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾ ਸਕੇ। ਸੋ ਇਹਦੇ ਲਈ ਬਕਾਇਦਾ ਸਾਡੀ ਟੀਮ ਕੰਮ ਕਰਦੀ ਹੈ ਜੀ। ਜਿਹੜੀ ਚੀਜ਼ ਅਸੀਂ ਅੱਜ ਗੱਲ ਕੀਤੀ ਹੈ ਕਲੌਂਜੀ ਦੀ, ਇਹਦਾ ਐਸੈਂਸ਼ੀਅਲ ਆਇਲ ਵੀ, ਕੋਲਡ ਪ੍ਰੈਸ ਆਇਲ ਵੀ ਤੇ ਇਸੇ ਤਰ੍ਹਾਂ ਕਲੌਂਜੀ ਦੇ ਜਿਹੜੇ ਬੀਜ ਨੇ ਉਹ ਵੀ ਅਸੀਂ ਪ੍ਰੋਵਾਈਡ ਕਰਾਉਂਦੇ ਹਾਂ, ਵਰਲਡ ਵਾਈਡ ਸ਼ਿਪਿੰਗ ਕਰਾਉਂਦੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਇਹ ਜਿਹੜਾ ਕਲੌਂਜੀ ਦਾ ਆਇਲ ਹੈ ਇਹ ਜੀ। ਐਸੈਂਸ਼ੀਅਲ ਆਇਲ ਦੇ ਵਿੱਚ ਆ ਜਾਂਦਾ ਹੈ ਤੇ ਇਹਦੇ ਹੂੰ। ਵਾਸਤੇ ਮਸ਼ੀਨ ਵੀ ਜਿਹੜੀ ਹੈ ਸਪੈਸ਼ਲ ਹੁੰਦੀ ਹੈ। ਜੀ, ਜੀ। ਸਾਰੀਆਂ ਆਮ ਮਸ਼ੀਨਾਂ ਦੇ ਵਿੱਚ ਇਹ ਤੇਲ ਜੀ, ਨਹੀਂ ਆਮ ਨਿਕਲਦਾ। ਮਸ਼ੀਨ 'ਚ ਤੇਲ ਨਹੀਂ ਨਿਕਲਦਾ ਗਾ ਇਹਦੀ, ਹੂੰ, ਕਿਉਂਕਿ ਜਿਹੜੀ ਆਪਾਂ ਥਾਈਮੋਕਿਊਮਿਨ ਦੀ ਗੱਲ ਕਰ ਰਹੇ ਹਾਂ, ਹੂੰ, ਇਹ ਜਦੋਂ ਇਹਨੂੰ ਗਰਮ ਕਰਕੇ ਜੇ ਕੀਤਾ ਜਾਵੇ ਤੇ ਇਹਦੀ ਜਿਹੜੀ ਵੈਲਿਊ ਹੈ ਬਹੁਤ ਡਾਊਨ ਹੋ ਡਾਊਨ ਜਾਂਦੀ ਹੋ ਹੈ, ਜਾਂਦਾ। ਉਹ 1% ਤੋਂ ਵੀ ਘੱਟ ਹੋ ਜਾਂਦੀ ਹੈ। ਸੋ ਜਦੋਂ ਇਹਦਾ ਤੇਲ ਕੱਢਿਆ ਜਾਂਦਾ, ਇਹਨੂੰ ਵੁੱਡ ਪ੍ਰੈਸ ਆਇਲ ਦੇ ਵਿੱਚ, ਕੋਲਡ ਪ੍ਰੈਸ ਆਇਲ ਦੇ ਵਿੱਚ ਕੱਢਿਆ ਜਾਂਦਾ, ਤਾਂ ਕਿ ਜਿਹੜੀ ਇਹਦੀ ਨਿਊਟ੍ਰੀਸ਼ਨ ਵੈਲਿਊ ਹੈ ਉਹ 3% ਤੋਂ ਘਟੇ ਨਾ। ਹੂੰ, ਸੋ 3% ਤੱਕ ਇਹਦੀ ਵੈਲਿਊ ਹੁੰਦੀ ਹੈ। ਸੋ ਜਿਹੜਾ ਆਇਲ ਅਸੀਂ ਦਰਸ਼ਕਾਂ ਤੱਕ ਲੈ ਕੇ ਆਏ ਹਾਂ, ਉਹਦੇ ਵਿੱਚ ਜਿਹੜੀ ਇਹਦੀ ਵੈਲਿਊ ਹੈ 2.5 ਤੋਂ ਲੈ ਕੇ 270 ਤੱਕ ਜਿਹੜੀ ਹੈ 2.7 ਤੱਕ ਅਸੀਂ ਮੈਕਸਿਮਮ ਉਹਦੀ ਜਿਹੜੀ ਵੈਲਿਊ ਹੈ ਉਹ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਕਲੌਂਜੀ। ਸ਼ੁਕਰੀਆ ਡਾਕਟਰ ਸਾਹਿਬ, ਤੇ ਤੁਸੀਂ ਇੱਕ ਜਾਣਕਾਰੀ ਦਿੱਤੀ ਹੈ, ਵਧੀਆ ਦਿੱਤੀ ਹੈ, ਮੈਨੂੰ ਜੀ ਵੀ ਵਧੀਆ ਲੱਗੀ ਹੈ। ਮੇਰੇ ਵਾਸਤੇ ਵੀ ਬੜੀਆਂ ਚੀਜ਼ਾਂ ਨਵੀਆਂ ਸੀਗੀਆਂ ਜਿਹੜੀ ਤੁਸੀਂ ਜੀ ਦਿੱਤੀ ਹੈ ਜੀ ਜਾਣਕਾਰੀ। ਪਰ ਜਾਂਦੇ-ਜਾਂਦੇ ਹੁਣ ਤੁਸੀਂ ਆਪਣਾ ਨੰਬਰ, ਆਪਣੇ ਉਹ ਥਾਂ ਜਿੱਥੇ ਤੁਸੀਂ ਹਰ ਦਿਨ ਮਿਲਦੇ ਹੋ, ਜੀ। ਉਹ ਡਿਟੇਲ ਦੇ ਦਿਓ। ਕਲਵੰਜੀ ਪੰਜਾਬ ਦੇ ਵਿੱਚ ਮੇਰੇ 3 ਸੈਂਟਰ ਨੇ। ਪਹਿਲਾ ਸੈਂਟਰ ਮਲੋਟ ਵਿਖੇ ਹੈ। ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਗੁਰੂ ਨਾਨਕ ਆਯੁਰਵੈਦਿਕ ਸੈਂਟਰ ਮਲੋਟ, ਰੇਲਵੇ ਸਟੇਸ਼ਨ ਦੇ ਕੋਲ ਸਿਵਲ ਹਸਪੀਟਲ ਦੇ ਸਾਹਮਣੇ ਬੈਠਦਾ। ਵੀਰਵਾਰ ਨੂੰ ਪਟਿਆਲਾ ਦੇ ਵਿੱਚ ਸਾਡਾ ਸੈਂਟਰ ਹੈ, ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਵਾਲੀ ਗਲੀ ਦੇ ਵਿੱਚ। ਉੱਥੇ ਮੈਂ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠਦਾ। ਸ਼ੁੱਕਰਵਾਰ ਤੇ ਸ਼ਨੀਵਾਰ 2 ਦਿਨ ਮੁਹਾਲੀ ਦਾ ਸੈਕਟਰ 70 ਦੇ ਵਿੱਚ ਸਾਡਾ ਕਲੀਨਿਕ ਹੈ, ਸਤਿਨਾਰਾਇਣ ਮੰਦਿਰ ਦੇ ਕੋਲ, 926/5। ਉੱਥੇ ਮੈਂ ਸ਼ੁੱਕਰਵਾਰ ਨੂੰ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਸ਼ਨੀਵਾਰ ਨੂੰ ਵੀ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠਦਾ। ਤੇ ਮੇਰੇ 2 ਨੰਬਰ ਨੇ। ਇਹਨਾਂ ਦੋਨਾਂ ਨੰਬਰਾਂ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ WhatsApp ਰਾਹੀਂ ਆਪਦੀਆਂ ਸਮੱਸਿਆਵਾਂ ਤੇ ਆਪਦੀਆਂ ਰਿਪੋਰਟਾਂ ਸ਼ੇਅਰ ਕਰਕੇ ਟਾਈਮ ਲੈ ਕੇ ਮੈਨੂੰ ਕਾਲ ਕਰ ਲਿਆ ਕਰੋ, ਤਾਂ ਕਿ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਢੁਕਵੇਂ ਜਵਾਬ ਦਿੱਤੇ ਜਾ ਸਕਣ, ਤੁਹਾਡੀ ਹੈਲਪ ਕੀਤੀ ਜਾ ਸਕੇ। ਸੋ 2 ਨੰਬਰ ਨੇ ਮੇਰੇ। ਪਹਿਲਾ ਨੰਬਰ ਹੈਗਾ 9814 76221, ਦੂਸਰਾ ਨੰਬਰ ਹੈ 9115550911, 911 555 0911। ਠੀਕ ਲੋ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੇ ਦਰਸ਼ਕਾਂ ਦਾ। ਬਹੁਤ-ਬਹੁਤ ਮਿਹਰਬਾਨੀ ਜੀ। ਸ਼ੁਕਰੀਆ ਜੀ। ਸੋ ਡਾਕਟਰ ਹਰਨਾਮ ਸਿੰਘ ਜੀ ਨੇ ਇੱਕ ਵਾਰ ਫਿਰ ਆਪਣੇ ਨੌਲੇਜ ਦਾ ਪਟਾਰਾ, ਨੌਲੇਜ ਦਾ ਖਜ਼ਾਨਾ ਖੋਲ੍ਹਿਆ ਤੇ ਵਿੱਚੋਂ ਭਰ-ਭਰ ਕੇ ਗੱਫੇ ਤੁਹਾਡੇ ਕੋਲ ਵੰਡੇ ਗਏ ਨੇ। ਅੱਜ ਕਲੌਂਜੀ ਦੀ ਗੱਲ ਕੀਤੀ ਹੈ, ਥਾਈਮੋਕਨੋਨ ਦੀ ਗੱਲ ਕੀਤੀ ਹੈ। ਥਾਈਮੋਕਨੋਨ ਤੁਸੀਂ ਜੇਕਰ ਸਰਚ ਮਾਰੋਗੇ, ਗੂਗਲ ਦੇ ਉੱਤੇ ਜਾਓਗੇ, ਤਾਂ ਥਾਈਮੋਕਨੋਨ ਦੇ ਬਾਰੇ ਬੇਅੰਤ ਫ਼ਾਇਦੇ ਨੇ ਤੇ ਉਹ ਮਿਲਦੇ ਨੇ ਕਲੌਂਜੀ ਦੇ ਵਿੱਚੋਂ। ਪਰ ਸ਼ਰਤ ਨਹੀਂ ਹੈ ਕਿ ਕਲੌਂਜੀ ਓਰੀਜਨਲ ਮਿਲਣੀ ਚਾਹੀਦੀ ਹੈ। ਕਲੌਂਜੀ ਦੇ ਨਾਮ ਦੇ ਉੱਤੇ ਬਾਜ਼ਾਰ ਦੇ ਵਿੱਚ ਪਿਆਜ਼ ਦੇ ਬੀਜ ਵੇਚੇ ਜਾ ਰਹੇ ਨੇ। ਕਲੌਂਜੀ ਦੇ ਬੀਜ ਜਿਹੜੇ ਨੇ ਉਹ ਮਿਲਣੇ ਔਖੇ ਨੇ। ਲਗਭਗ ਜਿਹੜੇ ਨੇ, ਜਿਹੜੇ ਵੇਚ ਰਹੇ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਵੀ ਇਹ ਕਲੌਂਜੀ ਦਾ ਬੀਜ ਅਸਲੀ ਹੈ ਜਾਂ ਨਹੀਂ ਹੈ। ਜੀ। ਇਸ ਦੀ ਪਛਾਣ ਵਾਸਤੇ ਸਪੈਸ਼ਲ ਜਿਹੜੇ ਐਕਸਪਰਟ ਨੇ, ਡਾਕਟਰ ਹਰਨਾਮ ਸਿੰਘ ਵਰਗੇ, ਜਾਂ ਸਾਡੀ ਜਿਹੜੀ ਟੀਮ ਦੇ ਨਾਲ ਬੰਦੇ ਜੁੜੇ ਹੋਏ ਨੇ, ਉਹਨਾਂ ਨੇ ਇਸ ਦੇ ਉੱਤੇ ਪੂਰੀ ਖੋਜ ਕਰਕੇ ਜਿਹੜੀ ਉਹ ਕੱਢੀ ਹੈ ਤੇ ਉਹ ਜਿਹੜੀ ਖੋਜ ਹੈ ਉਹ ਅੱਜ ਜਿਹੜੀ ਹੈ ਉਹ ਮਾਨਵਤਾ ਦੇ ਭਲੇ ਲਈ ਕੰਮ ਆਵੇਗੀ। ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮੌਤ ਨੂੰ ਛੱਡ ਕੇ ਕਲੌਂਜੀ ਸਾਰੇ ਰੋਗਾਂ ਦਾ ਇਲਾਜ ਕਰਦੀ ਹੈ। ਇਹ ਜੀ। ਇੱਕ ਵੱਡੀ ਜਾਣਕਾਰੀ ਹੈ ਤੇ ਇਹ ਅਸੀਂ ਨਹੀਂ ਕਹਿ ਰਹੇ, ਇਹ ਮੁਹੰਮਦ ਸਾਹਿਬ ਕੁਰਾਨ ਦੇ ਵਿੱਚ ਲਿਖਦੇ ਨੇ ਤੇ ਇੱਕ ਵੱਡੀ ਇਨਫੋਰਮੇਸ਼ਨ ਹੈ, ਵੱਡਾ ਦਾਅਵਾ ਹੈ, ਵੱਡੇ ਸਾਡੇ ਇਤਿਹਾਸ ਦੀ ਜਿਹੜਾ ਪੱਖ ਹੈਗਾ ਉਹਦੇ ਵਿੱਚ। ਕਲੋਪੈਟਰਾ ਜਿਹੜੀ ਮਹਾਰਾਣੀ ਸੀ ਇਜਿਪਟ ਦੀ, ਜੀ। ਉਹਨਾਂ ਨੇ ਵੀ ਇਸ ਦਾ ਇਸਤੇਮਾਲ ਕਰਕੇ ਆਪਣੀ ਸੁੰਦਰਤਾ ਨੂੰ ਮਰਨ ਤੋਂ ਬਾਅਦ ਵੀ ਕਾਇਮ ਰੱਖਿਆ ਜੀ। ਤੇ ਇਹ ਉਹਨਾਂ ਦੇ ਮਮੀਜ਼ ਨੇ ਦਾਅਵਾ ਕੀਤਾ, ਜਿਹੜੇ ਮਮੀਜ਼ ਨੂੰ ਕੱਢਿਆ ਗਿਆ ਉਹਨਾਂ ਦੇ ਵਾਲਾਂ ਤੋਂ ਪਤਾ ਲੱਗਿਆ। ਜੀ। ਤੇ ਜਿਹੜੀ ਚੀਜ਼ ਮਰਨ ਤੋਂ ਬਾਅਦ ਵੀ ਇਨਸਾਨ ਨੂੰ ਜ਼ਿੰਦਾ ਰੱਖਦੀ ਹੈ, ਉਹ ਫਿਰ ਕੋਈ ਛੋਟੀ-ਮੋਟੀ ਚੀਜ਼ ਨਹੀਂ ਹੋਏਗੀ। ਲਿਹਾਜ਼ਾ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਿੰਨਾ ਸ਼ੇਅਰ ਕਰੋਗੇ, ਕਿਸੇ ਨਾ ਕਿਸੇ ਕੋਲ ਬਹੁਤ ਜ਼ਰੂਰੀ ਪਹੁੰਚੇਗੀ ਤੇ ਜੇਕਰ ਉਹਨਾਂ ਦੇ ਵਿੱਚੋਂ ਇੱਕ ਨੇ ਵੀ ਇਸ ਦਾ ਫਾਇਦਾ ਲੈ ਲਿਆ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ,
ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ ਜੀ।